ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਕੌਰ ਮੋਟੀ ਯੂਬਾ ਸਿਟੀ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 4 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਵੈਂਟ ਮੈਨੇਜਮੈਂਟ ਤੋਂ। ਜਦੋਂ ਤੋਂ ਇਹ ਸਰਕਾਰ ਆਈ ਹੈ, ਵੈਸੇ ਤਾਂ ਸਰਕਾਰਾਂ ਇਵੈਂਟ ਵੀ ਕਰਾਉਂਦੀਆਂ ਨੇ ਤੇ ਮੈਨੇਜਮੈਂਟ ਵੀ ਚੰਗੀ ਤਰ੍ਹਾਂ ਕਰ ਲੈਂਦੀਆਂ ਨੇ ਸਿਆਸੀ ਵਰਤਾਰਿਆਂ ਦਾ, ਪਰ ਕਹਿੰਦੇ ਸਕੂਲਾਂ ਦੇ ਵਿੱਚ ਉਦਘਾਟਨੀ ਪੱਥਰ ਰੱਖਣੇ ਆ ਤੇ ਇਵੈਂਟ ਮੈਨੇਜਮੈਂਟ ਦੇ ਤਹਿਤ 25 ਕਰੋੜ ਰੁਪਏ ਖਰਚ ਦੇਣਾ ਜੀ ਉਦਘਾਟਨੀ ਪੱਥਰਾਂ ਤੇ। ਪ੍ਰਵੀਨ ਜੀ, ਪਿਛਲੇ ਦਿਨੀ ਜਦੋਂ ਮਨੀਸ਼ ਸਿਸੋਦੀਆ ਪੰਜਾਬ 'ਚ ਪੈਰ ਪਸਾਰ ਕੇ ਬੈਠੇ ਜੀ, ਆਪਾਂ ਉਸ ਸਮੇਂ ਹੀ ਇਸ ਗੱਲ ਦੀ ਜ਼ਿਕਰ ਕੀਤਾ ਸੀਗਾ ਕਿ ਵੀ ਇਹ ਆਉਂਦੇ ਦਿਨਾਂ ਦੇ ਵਿੱਚ ਉਦਘਾਟਨੀ ਪੱਥਰਾਂ ਦਾ ਹੜ੍ਹ ਲਿਆਉਣ ਵਾਲੇ ਨੇ, ਕਿਉਂਕਿ ਮਨੀਸ਼ ਸਿਸੋਦੀਆ ਨੇ ਯੋਜਨਾ ਬਣਾਈ ਹੈ ਕਿ ਸਕੂਲਾਂ 'ਚ ਪਿਛਲੇ 3 ਸਾਲਾਂ 'ਚ ਸਰਕਾਰ ਨੇ ਜਿੰਨੇ ਕੰਮ ਕਰੇ ਨੇ ਉਹਨਾਂ ਦੇ ਉਦਘਾਟਨੀ ਪੱਥਰ ਲਾਓ। ਤੇ ਉਹਦੇ ਵਿੱਚੋਂ ਫਾਰਮੂਲਾ ਨਿਕਲਿਆ ਕਿ 1 ਲੱਖ ਤੋਂ ਉੱਪਰ ਵਾਲਾ ਜਿਹੜਾ ਵੀ ਕੰਮ ਹੋਇਆ ਉਹਦਾ ਉਦਘਾਟਨ ਜ਼ਰੂਰ ਕੀਤਾ ਜਾਵੇ। ਜੀ ਜੀ, ਆਪਾਂ ਸੋ ਇਸ ਲਈ ਇਹ ਉਸੇ ਯੋਜਨਾ ਚੋਂ ਨਿਕਲਿਆ ਪ੍ਰੋਜੈਕਟ ਹੈ, ਉਸੇ ਨੂੰ ਇਵੈਂਟ ਬਣਾਉਣ ਦੀ ਮੈਨੇਜਮੈਂਟ ਹੈ ਕਿ ਆਪਾਂ ਕਿਸੇ ਤਰ੍ਹਾਂ ਇਹ ਕੰਮ ਕਰੀਏ। ਹੁਣ ਪੰਜਾਬ ਦੇ ਇਹਨਾਂ ਨੇ 10,000 ਤੋਂ ਵੱਧ ਸਕੂਲ ਚੁਣੇ ਨੇ ਜੀ, 10,500 ਤੋਂ ਵੱਧ ਸਕੂਲ ਨੇ ਜਿਹੜੇ ਚੁਣੇ ਨੇ ਤੇ ਉਹਨਾਂ 'ਚ 25,000 ਤੋਂ ਵੱਧ ਉਦਘਾਟਨੀ ਪੱਥਰ ਲੱਗਣੇ। ਠੀਕ ਹੈ ਜੀ, ਮਤਲਬ ਜੇ 10,000 'ਚ ਸਕੂਲਾਂ 'ਚ ਜਾਂ 10,500 ਸਕੂਲਾਂ 'ਚ 25,000 ਤੋਂ ਵੱਧ ਲੱਗਣੇ ਆ, ਮਤਲਬ ਇੱਕ ਸਕੂਲ 'ਚ 2-2 ਵੀ ਲੱਗਣਗੇ, ਇੱਕ ਸਕੂਲ 'ਚ 3-3 ਵੀ ਲੱਗਣਗੇ, ਕਿਸੇ 'ਚ ਇੱਕੋ ਰਹਿ ਜੂ, ਚਲੋ ਕਿਸੇ 4 ਵੀ ਲੱਗ ਜਾਣਗੇ। ਤੇ ਇਹਦਾ ਮਤਲਬ ਜਿੰਨੇ ਕੰਮ ਹੋਏ ਨੇ ਉਹਨੇ ਹਰੇਕ ਸਕੂਲ 'ਚ ਪੱਥਰ ਲੱਗਣਾ। ਫਿਰ ਮੈਂ ਦੇਖਿਆ ਵੀ ਕਿ ਕਿੰਨੇ ਕੁ ਕੰਮ ਹੋ ਗਏ ਕਿ ਸ਼ਾਇਦ ਹੋ ਸਕਦਾ ਹੈ ਸਾਡੀ ਨਜ਼ਰ ਨਾ ਪਏ ਹੁਣ, ਕੰਮੇ ਇੰਨੇ ਹੋਏ ਹੋਣ ਕਿ ਕੋਈ ਸਕੂਲ ਦੀਆਂ ਇਮਾਰਤਾਂ ਨਵੀਆਂ ਬਣ ਗਈਆਂ, ਕੋਈ 2 ਮੰਜ਼ਿਲੇ ਬਣ ਗਏ ਹੁਣ, ਹੈ ਨਾ, ਕੋਈ ਸਕੂਲ ਮਤਲਬ ਕਿ ਨਵੇਂ ਖੇਡ ਮੈਦਾਨ ਤਿਆਰ ਹੋ ਗਏ ਹੁਣ, ਸਟੇਡੀਅਮ ਬਣ ਗਏ ਹੁਣ, ਕਿ ਕੋਈ ਕੰਮ ਤਾਂ ਦਿਖੂਗਾ ਨਾ, ਕੋਈ ਹੋਇਆ ਹੋਊਗਾ। ਜੀ ਜੀ। ਫਿਰ ਮੈਂ ਕਿਹਾ ਆਪਾਂ ਚੈੱਕ ਕਰੀਏ ਕਿ ਕੀ ਕਰਨਾ ਇਹਨਾਂ ਨੇ। ਫਿਰ ਉਹਦੇ ਵਿੱਚ ਜਦੋਂ ਨਜ਼ਰਸਾਨੀ ਸਾਰੇ ਪਹਿਲੂਆਂ ਤੋਂ ਕੀਤੀ ਤਾਂ ਇਹ ਫਾਰਮੂਲਾ ਤੈਅ ਹੋਇਆ ਜੀ ਕਿ ਅਸੀਂ 7 ਅਪ੍ਰੈਲ ਤੋਂ ਲੈ ਕੇ 31 ਮਈ ਤੱਕ ਲਗਭਗ 54-55 ਦਿਨ ਬਣਦੇ ਆ। 7 ਅਪ੍ਰੈਲ ਤੋਂ 31 ਮਈ ਤੱਕ ਇਹਨਾਂ 55 ਦਿਨਾਂ ਦੇ ਵਿੱਚ 10,500 ਤੋਂ ਵੱਧ ਸਕੂਲਾਂ 'ਚ 25,000 ਤੋਂ ਵੱਧ ਸਮਾਗਮ ਕਰਨੇ ਆ, ਮਤਲਬ 25,000 ਪੱਥਰ ਰੱਖਣੇ ਆ। ਫਿਰ ਉਹਦੇ ਲਈ ਕੌਣ ਪੱਥਰ ਰੱਖ ਸਕਦਾ? ਕਹਿੰਦੇ ਜੀ ਮੁੱਖ ਮੰਤਰੀ ਹੋ ਸਕਦਾ, ਮੈਂ ਸਰਕਾਰ ਦੇ ਮੰਤਰੀ ਹੋ ਸਕਦੇ ਨੇ, ਮੈਂਬਰ ਪਾਰਲੀਮੈਂਟ ਹੋ ਸਕਦੇ ਨੇ, ਆਮ ਆਦਮੀ ਪਾਰਟੀ ਦੇ MLA ਹੋ ਸਕਦੇ ਨੇ, ਆਮ ਆਦਮੀ ਪਾਰਟੀ ਦੇ ਚੇਅਰਮੈਨ ਹੋ ਸਕਦੇ ਨੇ। ਸੋ ਇਹਦਾ ਮਤਲਬ ਹੁਣ ਉਸ ਪੱਧਰ ਦਾ ਮੈਂ ਕਿਹਾ ਫਿਰ ਕੰਮ ਹੋਊਗਾ ਕਿ ਵੀ ਹਾਂ ਇਹ ਮੁੱਖ ਮੰਤਰੀ ਪੱਧਰ ਦਾ ਕੰਮ ਹੈ ਨਾ, ਇਹ ਮੰਤਰੀਆਂ ਦਾ। ਇਹ ਤੇ ਮੈਂ ਦੇਖਿਆ ਮੈਂ ਕਿਹੜੇ ਕੰਮਾਂ ਦਾ ਉਦਘਾਟਨ ਹੋਊਗਾ। ਉਦਘਾਟਨ ਦੇ ਵਿੱਚ ਫਿਰ ਪੈਮਾਨਾ ਕੀ ਆ ਜੀ, ਕਿ ਜੇ ਸਕੂਲ 'ਚ ਕੋਈ ਨਵੀਂ ਲਾਇਬ੍ਰੇਰੀ ਬਣੀ ਆ ਉਹਦਾ ਉਦਘਾਟਨੀ ਪੱਥਰ ਲਾਇਆ ਜਾਵੇ, ਠੀਕ ਹੈ, ਚੰਗੀ ਗੱਲ ਹੈ। ਫਿਰ ਕਹਿੰਦੇ ਕਿ ਜੇ ਸਕੂਲ ਦੀ ਕੋਈ 4 ਦੀਵਾਰੀ ਹੋਈ ਆ ਉਹਦਾ ਉਦਘਾਟਨੀ ਪੱਥਰ ਲਾਇਆ ਜਾਵੇ, ਚਲੋ ਠੀਕ ਆ ਵੀ। ਫਿਰ ਕਹਿੰਦੇ ਜੇ 4 ਦੀਵਾਰੀ ਦੀ ਮੁਰੰਮਤ ਵੀ ਹੋਈ ਆ ਤਾਂ ਉਹਦਾ ਉਦਘਾਟਨੀ ਪੱਥਰ ਲਾਇਆ ਜਾਵੇ ਜੀ। ਮਤਲਬ ਜੇ ਕੰਧ ਪਹਿਲਾਂ ਤੋਂ ਬਣੀ ਉਹਨੂੰ ਪਲਾਸਟਰ ਕਰਾਇਆ ਸਰਕਾਰ ਨੇ, ਹੈ ਨਾ, ਜਾਂ ਕਿਸੇ ਕਮਰੇ 'ਚ ਫਰਸ਼ ਪਵਾਇਆ ਸਰਕਾਰ ਨੇ, ਤਾਂ ਉਹਦਾ ਉਦਘਾਟਨ ਰੱਖਿਆ ਜਾਊਗਾ, ਉਹਦਾ ਪੱਥਰ ਰੱਖਿਆ ਜਾਊਗਾ ਉਦਘਾਟਨ ਦਾ। ਫਿਰ ਕਹਿੰਦੇ ਜੇ ਪਖਾਨੇ ਨਵੇਂ ਬਣਾਏ ਆ ਤਾਂ ਵੀ ਉਦਘਾਟਨ, ਜੇ ਪਖਾਨਿਆਂ ਦੀ ਮੁਰੰਮਤ ਹੋਈ ਆ ਤਾਂ ਵੀ ਉਦਘਾਟਨ, ਜੇ ਮੇਜ਼ ਕੁਰਸੀਆਂ ਡੈਸਕ ਆਏ ਨੇ ਨਵੇਂ ਤਾਂ ਵੀ ਉਦਘਾਟਨ, ਜੇ ਨਵਾਂ ਖੇਡ ਮੈਦਾਨ ਬਣਿਆ ਤਾਂ ਵੀ ਉਦਘਾਟਨ, ਜੇ ਖੇਡ ਮੈਦਾਨ 'ਚ ਕੋਈ ਨੈਟ ਨੁੱਟੇ ਲਾਇਆ ਇਕੱਲਾ ਤਾਂ ਵੀ ਉਦਘਾਟਨ। ਮਤਲਬ ਸਿਰਫ ਉਦਘਾਟਨ ਕਰਨਾ ਹੈ। ਸੋ ਇਸ ਲਈ ਸਿਰਫ ਸਕੂਲਾਂ 'ਚ ਜਾਣਾ, ਬਕਾਇਦਾ
ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ ਚਿੱਠੀਆਂ ਜਾਰੀ ਹੋਈਆਂ। ਉਹ 'ਚ ਹਦਾਇਤਾਂ ਨੇ ਕਿ ਜੀ ਗੇਟ ਤੇ ਪਹਿਲਾਂ ਰੀਬਨ ਬੰਨਿਆ ਜਾਵੇ, ਰੀਬਨ ਕਟਵਾਇਆ ਜਾਵੇ ਮਹਿਮਾਨ ਤੋਂ, ਫਿਰ ਪੱਥਰ ਦੇ ਮੂਹਰੇ ਕੱਪੜਾ ਲਾਇਆ ਜਾਵੇ, ਉਹਨੂੰ ਡੋਰੀ ਪਾ ਕੇ ਐਨ ਫੁੱਲੜੀਆਂ ਨਾਲ ਸਜਾਇਆ ਜਾਵੇ, ਫਿਰ ਉਹ ਡੋਰੀ ਹਟਾਉਣ ਦੀ ਰਸਮ ਹੋਊਗੀ। ਉਹ ਤੋਂ ਬਿਨਾਂ ਫਿਰ ਚਾਹ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਜਾਵੇ, ਬੱਚਿਆਂ ਦੀ ਰਿਫਰੈਸ਼ਮੈਂਟ ਵੀ ਹੋਵੇ, ਮਾਪੇ ਤੇ ਬੱਚਿਆਂ ਲਈ। ਫਿਰ ਉਸੇ ਦਿਨ ਜਿੱਦਣ ਉਦਘਾਟਨੀ ਪੱਥਰ ਰੱਖਣ ਕੋਈ ਆਵੇ, ਉਦਣ ਹੀ ਮਾਪਿਆਂ ਨਾਲ ਅਧਿਆਪਕਾਂ ਦੀ ਮਿਲਣੀ ਦਾ ਪ੍ਰੋਗਰਾਮ ਰੱਖ ਲਿਆ ਜਾਵੇ, ਤਾਂ ਕਿ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਸਕੂਲ 'ਚ ਹਾਜ਼ਰ ਰਹਿਣ, ਹੈਨਾ। ਫਿਰ ਕਹਿੰਦੇ ਜੀ ਨਾਲ ਹੀ ਵਧੀਆ ਸਾਊਂਡ ਦਾ ਪ੍ਰਬੰਧ ਹੋਣਾ ਚਾਹੀਦਾ ਹੈ, ਹੈਨਾ, ਜਿਹੜੀ ਇਕੋ ਉਕੋ ਨਾ ਹੋਵੇ ਜੀ, ਉਹ ਇਹੋ ਜਿਹਾ ਕੁਛ ਖਾਸੀਆਂ ਹਦਾਇਤਾਂ ਨੇ। ਨਾਲ ਹੀ ਡਿਜੀਟਲ ਫੋਟੋਗ੍ਰਾਫੀ, ਸਟਿਲ ਫੋਟੋਗ੍ਰਾਫੀ, ਵੀਡੀਓਗ੍ਰਾਫੀ, ਜੇ ਉਹ ਇਹਦਾ ਸਾਰੇ ਦਾ ਵੀ ਪ੍ਰਬੰਧ ਕਰਨਾ, ਤੇ ਉਹ ਹਾਈ ਕੁਆਲਿਟੀ ਵਾਲਾ ਹੋਣਾ ਚਾਹੀਦਾ। ਤੋ ਇਹ ਸਾਰੀਆਂ ਹਦਾਇਤਾਂ ਨੇ, ਤੇ ਤੈਅ ਕੀਤਾ ਹੈ ਕਿ ਜਿੰਨੇ ਸਕੂਲ ਨੇ, ਜਿੰਨੇ ਸਕੂਲਾਂ 'ਚ 25,000 ਦੇ ਕਰੀਬ ਪੱਥਰ ਰੱਖੇ ਜਾਣਗੇ, ਤਾਂ ਮਤਲਬ 25,000 ਦੇ ਕਰੀਬ ਉਦਘਾਟਨੀ ਸਮਾਗਮ ਹੋ ਗਏ। ਜਿਹੜੇ ਸੀਨੀਅਰ ਸੈਕੰਡਰੀ ਸਕੂਲ ਨੇ, ਉਹਨਾਂ ਨੂੰ ਉਦਘਾਟਨੀ ਸਮਾਗਮ ਲਈ 20,000 ਮਿਲੂਗਾ। ਜਿਹੜੇ ਸੈਕੰਡਰੀ ਸਕੂਲ ਨੇ, ਉਹਨਾਂ ਨੂੰ ਉਦਘਾਟਨੀ ਸਮਾਗਮ ਲਈ 10,000 ਮਿਲੂਗਾ। ਜਿਹੜੇ ਪ੍ਰਾਇਮਰੀ ਸਕੂਲ ਨੇ, ਉਹਨਾਂ ਨੂੰ ਉਦਘਾਟਨੀ ਸਮਾਗਮ ਲਈ 5,000 ਮਿਲੂਗਾ। ਇਹ ਤੋਂ ਬਿਨਾਂ ਪਰ ਪੱਥਰ 5,000 ਰੁਪਇਆ ਮਿਲੂਗਾ। ਮਤਲਬ ਪੱਥਰ ਬਣਵਾ ਕੇ ਲਿਆਉਣਾ, ਉਹ ਲਵਾਉਣਾ, ਉਹਦਾ 5,000 ਵੱਖਰਾ ਹੈ। ਜੇ 3 ਪੱਥਰ ਲੱਗੇ ਤਾਂ 15,000 ਹੈ, ਜੇ 1 ਪੱਥਰ ਲੱਗਿਆ ਤਾਂ 5,000। ਸੋ ਇਸ ਤਰ੍ਹਾਂ ਕਹਿੰਦੇ ਜੀ ਅਸੀਂ 25 ਕਰੋੜ ਰੁਪਇਆ ਖਰਚਣਾ। ਜੀ ਜੇ 25 ਕਰੋੜ ਕਿਤੇ ਸਹੀ ਢੰਗ ਨਾਲ ਜ਼ਿਲ੍ਹਿਆਂ 'ਚ ਵੀ 1 ਕਰੋੜ ਖਰਚ ਦਿੱਤਾ ਹੋਵੇ, ਤਾਂ ਕਾਇਆਕਲਪ ਕੁਝ ਸਕੂਲਾਂ ਦੀ ਤਾਂ ਚੰਗੀ ਹੋ ਜਾਵੇ, ਜੋ ਬੁਨਿਆਦੀ ਲੋੜ ਹੈ ਉਹਨਾਂ ਸਕੂਲਾਂ ਦੀ। ਸੋ ਸਿਰਫ ਇਹ ਦਿਖਾਵਾ, ਸਿਰਫ ਇਹ ਅਖਬਾਰਾਂ 'ਚ ਖਬਰਾਂ, ਬੋਰਡਾਂ ਤੇ ਇਸ਼ਤਿਹਾਰ, ਇਹ ਪ੍ਰਚਾਰ, ਔਰ ਦਿਨ 7 ਅਪ੍ਰੈਲ ਤੋਂ 31 ਮਈ ਕਿ ਉਹਨਾਂ ਦਿਨਾਂ 'ਚ ਰੰਗਲਾ ਪੰਜਾਬ ਦੇਖਣ ਲੱਗ ਜਿਵੇਂ ਤਸਵੀਰਾਂ ਦੇ ਵਿੱਚ, ਜਿਨ੍ਹਾਂ ਦਿਨਾਂ 'ਚ ਲੁਧਿਆਣੇ ਦੀ ਚੋਣ ਹੋਣੀ। ਮੈਨੂੰ ਪਤਾ ਨਹੀਂ ਕਿਉਂ ਇੰਝ ਲੱਗਦਾ ਕਿ ਜਿਵੇਂ ਰਾਜਾ ਬੜਿੰਗ ਦੇ ਲਈ ਭਗਵੰਤ ਮਾਨ ਸਵਾਲ ਕਰਦੇ ਸੀ ਨਾ, ਕਿ ਬਈ ਬੱਸਾਂ ਪੰਜਾਬ ਦੀਆਂ, ਬਾਡੀਆਂ ਰਾਜਸਥਾਨ ਜਾ ਕੇ ਦਵਾਈਆਂ, ਇਹ ਘਪਲਾ ਹੈ, ਹੈਨਾ। ਮੈਨੂੰ ਲੱਗਦਾ ਕਿ ਕਿਤੇ ਇਹ ਨਾ ਹੋਵੇ ਕਿ ਬਾਅਦ ਚੋਂ ਇਹ ਮਸਲਾ ਹੋਵੇ ਕਿ ਸਕੂਲ ਪੰਜਾਬ ਦੇ, ਪੱਥਰ ਰਾਜਸਥਾਨ ਤੋਂ ਲਿਆਂਦੇ, ਇਹ ਘਪਲਾ ਹੈ। ਕਿਤੇ ਪੱਥਰ ਘੁਟਾਲਾ ਨਾ ਨਿਕਲੇ। ਹੁਣ ਦਿੱਲੀ ਦੇ ਵਿੱਚ ਇਹਨਾਂ ਨੇ ਬੀਬੀਆਂ ਲਈ ਮੁਫਤ ਸਫ਼ਰ ਵਾਲੀ ਪ੍ਰਕਿਰਿਆ ਚਲਾਈ ਵੀ ਸੀ। ਹੁਣ ਉੱਥੇ ਉਹਨਾਂ ਨੂੰ ਗੁਲਾਬੀ ਟਿਕਟ ਮਿਲਦੀ ਸੀ। ਹੁਣ ਉਹ ਕਹਿੰਦੇ ਉਹ ਟਿਕਟ ਛਪਾਈ ਵੀ ਘਪਲਾ ਨਿਕਲਿਆ ਉੱਥੇ, ਲੈ ਦੇਖ ਲਓ, ਗੁਲਾਬੀ ਟਿਕਟ ਦੀ ਛਪਾਈ ਦਾ ਉਹ ਵੀ ਕਹਿੰਦੇ ਘਪਲਾ ਨਿਕਲਿਆ। ਤੇ ਅਗਲਿਆਂ ਨੇ, ਨਵੀਂ ਸਰਕਾਰ ਨੇ ਕਰਤਾ ਕਿ ਵੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਦੇਵਾਂਗੇ ਸਹੂਲਤ। ਉਹ ਕਹਿੰਦੇ ਸਿਰਫ ਦਿੱਲੀ 'ਚ ਜਿਹੜੀ ਬੀਬੀ ਰਹਿੰਦੀ ਆ, ਜਿਹਦਾ ਰਹਿਸ਼ ਟਿਕਾਣਾ, ਕੰਮ ਟਿਕਾਣਾ ਦਿੱਲੀ ਆ, ਸਿਰਫ ਉਸੇ ਨੂੰ ਸਹੂਲਤ ਮਿਲੂਗੀ, ਤੇ ਉਹਦੇ ਲਈ ਇੱਕ ਬਕਾਇਦਾ ਉਹਦਾ ਡਿਜੀਟਲ ਕਾਰਡ ਬਣ ਜੂਗਾ। ਉਸ ਕਾਰਡ ਦੇ ਆਧਾਰ ਤੇ ਸਹੂਲਤ ਮਿਲੂਗੀ, ਨਾ ਟਿਕਟ ਛਪਾਈ ਦਾ ਕੰਮ, ਨਾ ਬਾਰ-ਬਾਰ ਵੰਡਾਈ ਦਾ ਕੰਮ। ਮੈਂ ਕਹਿੰਦਾ ਪਤਾ ਨਹੀਂ ਕੱਲ ਨੂੰ ਉਹ ਵੀ ਕਾਰ ਛਪਾਈ ਵੀ ਘਪਲਾ ਨਿਕਲੇ, ਸਾਨੂੰ ਨਹੀਂ ਪਤਾ, ਕਿਉਂਕਿ ਰਾਜਨੀਤੀ ਸਾਰੇ ਇੱਕੋ ਸਾਰ ਨੇ। ਪਰ ਇਹਨਾਂ ਦੀਆਂ ਰੋਜ਼ ਜਿਹੜੀਆਂ ਪਰਤਾਂ ਖੁੱਲ ਰਹੀਆਂ, ਉਹ ਮੈਨੂੰ ਪੰਜਾਬ 'ਚ ਫਿਕਰ ਪਾਈ ਜਾਂਦੀ ਕਿ ਇੱਥੇ ਵੀ ਉਹੋ ਜਿਹਾ ਕੁਛ ਹੋ ਰਿਹਾ। ਸੋ ਇਸ ਲਈ ਮਨੀਸ਼ ਸਿਸੋਦੀਆ ਦਾ ਫਾਰਮੂਲਾ ਸਿਰਫ ਉਦਘਾਟਨ ਕਰਨ ਦੇ ਚੱਕਰ 'ਚ 1 ਲੱਖ ਵਾਲਾ ਜਿਹੜਾ ਵੀ ਕੰਮ ਹੋਇਆ ਉਦਘਾਟਨ ਕਰੋ। ਮਤਲਬ ਪਖਾਨਿਆਂ ਦੀ ਮੁਰੰਮਤ, ਚਾਰਦੀਵਾਰੀ ਦੀ ਮੁਰੰਮਤ, ਇੱਥੋਂ ਅੰਦਾਜ਼ਾ ਲਾ ਲਓ ਕਿ ਇਹਨਾਂ ਦਾ ਪੱਧਰ ਕੀ ਆ। ਜੀ ਬਿਲਕੁਲ, ਮੈਂ ਇਹੀ ਸੋਚ ਰਿਹਾ ਸੀਗਾ। ਮੈਂ ਜਦੋਂ ਤੁਸੀਂ ਗੱਲ ਕਰ ਰਹੇ ਸੀ ਨਾ, ਮੈਨੂੰ ਲੱਗ ਰਿਹਾ ਸੀਗਾ ਕਿ ਇਹ ਜਿਹੜੇ ਦਿਮਾਗ ਦੀ ਕਾਢ ਆ ਨਾ, ਉਹ ਪੰਜਾਬ ਨੂੰ ਨਹੀਂ ਬਲਕਿ ਦਿੱਲੀ ਜਾਂ ਕੋਈ ਹੋਰ ਸੂਬਾ ਸਮਝਦਾ ਵੀ ਜਿੱਥੇ ਮਾਪੇ ਆਉਣਗੇ, ਉਹਨਾਂ ਨੂੰ ਚਾਹ ਪਾਣੀ ਪਿਆਵਾਂਗੇ ਤੇ ਖਬਣੀ ਉਹਨਾਂ ਦੀਆਂ ਵੋਟਾਂ ਪੈ ਜਾਣਗੀਆਂ। ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਲੋਕ ਮੈਂਬਰ ਸਰਪੰਚ ਤਾਂ ਦੂਰ ਦੀ ਗੱਲ, MLA MP ਦੀ ਪਰਵਾਹ ਨਹੀਂ ਕਰਦੇ ਜਦੋਂ ਆਪਦੀ ਆਈ ਤੇ ਆ ਜਾਂਦੇ ਆ। ਤੇ ਇਹਨਾਂ ਦੇ ਬੰਦਿਆਂ ਨਾਲ ਹੋ ਰਹੀ ਆ ਇਹ। ਇਹਨਾਂ ਨੂੰ ਫੇਰ ਨਹੀਂ ਸਮਝ ਆ ਰਿਹਾ। ਇਹਨਾਂ ਨੂੰ ਲੱਗਦਾ ਵੀ ਲੋਕ ਆਉਣਗੇ, ਉਹ ਚਾਹ ਪਾਣੀ ਦੀ, ਤੱਤੇ ਪਾਣੀ ਦੀ ਘੁੱਟ ਪੀ ਕੇ ਲੱਡੂ ਖਾ ਕੇ ਸਾਡੇ ਹੀ ਬਣ ਜਾਣਗੇ। ਉਹ ਭਲੇ ਮਾਨਸੋ ਪਿੰਡਾਂ ਦੇ ਲੋਕ ਉਹ ਆ ਜਿਹੜੇ ਤੋਲ ਦਿੰਦੇ ਆ ਲੱਡੂਆਂ ਨਾਲ ਲੀਡਰਾਂ ਨੂੰ, ਜੇ ਆਪਦੀ ਆਈ ਤੇ ਆਣ। ਇਹ ਤੁਹਾਡੇ ਲੱਡੂਆਂ ਤੇ ਤੁਹਾਡੀ ਚਾਹ ਤੇ ਨਹੀਂ ਬੈਠੇਗੇ। ਇੱਥੇ ਤਾਂ ਆਪਣੇ ਚੌਲਾਂ ਦੇ ਲੰਗਰ ਆਮ ਲੱਗਦੇ ਰਹਿੰਦੇ ਆ। ਹਾਂਜੀ ਬਿਲਕੁਲ। ਤੇ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਮਾਪੇ ਆਉਣਗੇ, ਉਹਨਾਂ ਦਾ ਮਾਣ ਸਨਮਾਨ ਹੋਊਗਾ, ਤਾੜੀਆਂ ਵੱਜਣਗੀਆਂ, ਉਹ ਫੀਲਿੰਗ ਲੈ ਲੈਣਗੇ। ਜਦੋਂ ਉਤਰੋ ਨਗਰ ਨਿਗਮ ਹੀ ਸਮਝੀ ਜਾਂਦੇ ਆ, ਇਹ ਦਿੱਲੀ ਨਹੀਂ ਗਾ। ਬਿਲਕੁਲ ਇਹ ਪੰਜਾਬ ਆ, ਇਹਦੀ ਤਸਵੀਰ ਆਡਾ। ਜਦੋਂ ਤੁਸੀਂ ਉਤਰੇ ਨਾ 27 'ਚ ਤੁਹਾਨੂੰ ਪਤਾ ਲੱਗ ਜੂਗਾ ਵੀ ਕਿੰਨੇ ਕੁ ਉਦਘਾਟਨਾਂ ਦਾ ਸਾਨੂੰ ਕਿੰਨਾ ਕੁ ਸਨਮਾਨ ਮਿਲੀ ਜਾਂਦਾ। ਖੈਰ, ਆਪਾਂ ਉਹ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਬੱਸ ਵਾਲੀ, ਉਹ ਬਿਲਕੁਲ ਬਿਨ ਢੁਕਦੀ ਇਸ ਗੱਲ ਦੇ ਉੱਤੇ। ਪੰਜਾਬ ਦੀ ਗੱਲ ਕਰੀਏ, ਨਜ਼ਰ ਹੀ ਲੱਗ ਗਈ। ਕਹਿੰਦੇ ਸਿਸਟਮ ਤੇ ਸਿਆਸਤ ਮੰਝ ਧਾਰ ਦੇ ਵਿੱਚ ਹੀ ਫਸੇ ਨਜ਼ਰ ਆਉਂਦੇ ਆ। ਸਰਜੀਤ ਪਾਤਰ ਸਾਹਿਬ ਦੀ ਕਵਿਤਾ ਹੈ ਪ੍ਰਵੀਨ ਜੀ, ਆ ਜਿਹੜੀ ਤੁਸੀਂ ਕਹਿੰਦੇ ਹੋ ਨਜ਼ਰ ਹੀ ਲੱਗ ਗਈ ਹੈ ਨਾ। ਹਾਂਜੀ, ਉਹਦੀਆਂ ਲਾਈਨਾਂ ਨੇ, ਲੱਗੀ ਨਜ਼ਰ ਪੰਜਾਬ ਨੂੰ, ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਕੋਈ ਇਹਦੇ ਸਿਰ ਤੋਂ ਬਾਰੋ, ਹੈ ਨਾ।
ਜੀ। ਸੋ ਬਿਲਕੁਲ ਇਹ ਲੱਗਦਾ ਹੈ ਪ੍ਰਵੀਨ ਜੀ ਕਿ ਜਿਵੇਂ ਅਚਾਨਕ ਇੱਕ ਸ਼ਾਂਤ ਵਹਿੰਦਾ ਦਰਿਆ ਦੇ ਵਿੱਚ ਕੋਈ ਜਾਣ ਕੇ ਡੀਕੇ ਮਾਰ ਕੇ ਉਸ ਦੇ ਵਿੱਚ ਤੂਫਾਨ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਲਗਾਤਾਰ ਕਈ ਪਹਿਲੂਆਂ ਤੋਂ। ਕਦੇ ਜੱਟ ਬਨਾਮ ਦਲਿਤ ਬਣਾ ਲਓ, ਕਦੇ ਹਿੰਦੂ ਬਨਾਮ ਮੁਸਲਮਾਨ ਬਣਾ ਲਓ, ਹੈ ਨਾ। ਹੁਣ ਈਸਾਈਆਂ ਵਾਲਾ ਮਸਲਾ ਇੱਥੇ ਹੈਗਾ, ਜੀ ਬਾਹਰਲੇ ਮੁਸਲਮਾਨ ਇੱਥੇ ਆ ਗਏ ਜੀ, ਉਹ ਮਸਲਾ ਹੈਗਾ। ਯੂਪੀ ਬਿਹਾਰ ਵਾਲੇ ਆ ਗਏ ਜੀ, ਉਹ ਮਸਲਾ ਹੈਗਾ। ਮਤਲਬ ਇਹ ਮਸਲੇ ਪੈਰਲਲ ਤੁਰੇ ਆਉਂਦੇ ਨੇ, ਹਨਾ। ਪਰ ਇਹਨਾਂ ਦੇ ਵਿਚਾਲੇ ਜਿਹੜੇ ਸਾਡੇ ਬੁਨਿਆਦੀ ਮਸਲੇ ਨੇ ਜਿਹਨਾਂ ਨੂੰ ਤੁਰੰਤ ਹੱਲ ਕਰਨਾ ਬਹੁਤ ਜ਼ਰੂਰੀ ਹੁੰਦਾ ਜਾ ਰਿਹਾ, ਉਹਨਾਂ ਦੇ ਬਾਰੇ ਕਦੇ ਗੱਲ ਨਹੀਂ ਹੁੰਦੀ। ਚਾਹੇ ਉਹ ਦਰਿਆਈ ਪਾਣੀਆਂ ਦਾ ਮਸਲਾ, ਚਾਹੇ ਉਹ ਉਲਟਾ ਇਹ ਤਾਂ ਪਾਣੀਆਂ ਨੂੰ ਪਲੀਤ ਕਰਨ ਦੇ ਉੱਤੇ ਕਹਿੰਦੇ ਹੁਣ ਦੱਬ ਕੇ ਕਰਨ, ਕੋਈ ਮਸਲਾ ਨਹੀਂ ਗਾ, ਅਸ ਤਾਂ ਕਾਨੂੰਨ ਹੀ ਖਤਮ ਕਰਤਾ, ਹੈ ਨਾ। ਚਾਹੇ ਉਹ ਪਲੀਤ ਕਰਨ ਵਾਲਾ ਮਸਲਾ, ਚਾਹੇ ਧਰਤੀ ਦੇ ਪਾਣੀ ਦਾ ਲੈਵਲ ਥੱਲੇ ਜਾਣ ਦਾ ਮਸਲਾ, ਚਾਹੇ ਮਜ਼ਦੂਰਾਂ ਨੂੰ ਸਹਾਰੇ ਦਾ ਮਸਲਾ, ਚਾਹੇ ਨਰੇਗਾ ਵਾਲੀ ਮਜ਼ਦੂਰੀ ਦਾ ਮਸਲਾ, ਚਾਹੇ ਕਿਸਾਨੀ ਦਾ ਮਸਲਾ, ਚਾਹੇ ਪਿੰਡੂ ਖੇਤਰ, ਕਸਬੇ ਖੇਤਰ ਦੇ ਛੋਟੇ ਦੁਕਾਨਦਾਰ ਦੇ ਮਸਲੇ ਨੇ। ਜਿਹੜੀ ਇੰਡਸਟਰੀ ਠੀਕ ਠਾਕ ਚੱਲਦੀ ਸੀ ਉਹ ਹਿਮਾਚਲ ਨੂੰ ਚੜ ਗਈ, ਹੈ ਨਾ, ਕੋਈ ਉੱਤਰਾਖੰਡ ਨੂੰ ਚੜ ਗਈ। ਵੈਸੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਵੀ ਅੱਜ ਕੱਲ੍ਹ ਪਹਾੜਾਂ ਤੇ ਗਏ ਹੋਏ ਸੀ, ਮਾਤਾ ਨੈਣੇ ਦੇਵੀ ਦੇ ਦਰਸ਼ਨ ਕਰਨ ਗਏ ਨੇ, ਕਹਿੰਦੇ ਜੀ ਪਰਿਵਾਰ ਸਣੇ। 7ਵਾਂ ਨਰਾਤਾ ਸੀ ਕੱਲ, ਤੇ ਮਾਤਾ ਨੈਣੇ ਦੇ ਦਰਬਾਰ ਚ ਗਏ, ਮੱਥਾ ਟੇਕਿਆ। ਤੇ ਪੰਜਾਬ ਦੇ ਲੋਕ ਇਹਦੇ ਵਿੱਚੋਂ ਵੀ ਕਹਿੰਦੇ ਬਾਈ ਸ਼ਰਧਾ ਘੱਟ ਲੱਗਦੀ ਆ, ਲੁਧਿਆਣੇ ਵਾਲੀ ਜਿਮਨੀ ਚੋਣ ਕਰਕੇ ਸਿਆਸਤ ਵੱਧ ਲੱਗਦੀ, ਲੋਕ ਜਦੇ ਕਿਤੇ ਨਾ ਕਿਤੇ ਮਤਲਬ ਘੱਟ ਹੀ ਹੁੰਦੇ ਆ ਨਾ। ਸੋ ਇਹ ਸਾਰਿਆਂ ਦੇ ਵਿੱਚ ਪੰਜਾਬ ਮੂਹਰੇ ਇਹ ਚੁਣੌਤੀਆਂ ਜਿਹੜੀਆਂ ਤੁਰੀਆਂ ਆਉਂਦੀਆਂ ਨੇ, ਜਿਹੜੀਆਂ ਰੋਜ਼ 2-4 ਹੋ ਰਹੀਆਂ ਨੇ, ਉਹਦੇ ਨਾਲ ਨਾਲ ਜਿਹੜੀ ਬੇਰੁਜ਼ਗਾਰੀ ਵਾਲਾ ਮਸਲਾ ਹੈ, ਪ੍ਰਵਾਸ ਵਾਲਾ ਮਸਲਾ ਹੈ ਨਾ, ਚਿੱਟੇ ਵਾਲਾ ਮਸਲਾ। ਮਤਲਬ ਇੱਕ ਪਾਸੇ ਕਹਿੰਦੇ ਪੁਲਿਸ ਚਿੱਟੇ ਦਾ ਮਸਲਾ ਹੱਲ ਕਰ ਰਹੀ ਹੈ ਘਰਾਂ 'ਚ ਬਲਡੋਜ਼ਰ ਚਲਾ ਕੇ, ਦੂਏ ਪਾਸੇ ਬੀਬੀ ਫਸ ਗਈ ਇਹਨਾਂ ਦੀ ਆਪੇ, ਕਹਿੰਦੀ ਉਹਦੀਆਂ ਤਾਰਾਂ ਬੜੀਆਂ ਉੱਪਰ ਤੱਕ ਜੁੜੀਆਂ ਬੜੇ ਬੜੇ ਸਟਾਰ ਵਾਲਿਆਂ ਨਾਲ, ਤੇ ਅਗਲੀ ਕਹਿੰਦੇ ਜੀ ਚਿੱਟਾ ਵੇਚਦੀ ਸੀ। ਹੁਣ ਤੁਸੀਂ ਬੀਬੀ ਫੜ ਲਈ, ਤੇ ਬੀਬੀ ਦੇ ਉਹ ਕਨੈਕਸ਼ਨ ਕਿੱਥੇ ਨੇ ਭਾਈ ਜੀ, ਤੋਂ ਜਿਹਦੇ ਦਮ ਤੇ ਉੱਡਦੀ ਸੀ ਜੀ। ਸਹੀ ਹੈ ਉਹ ਕਨੈਕਸ਼ਨ ਕਿੱਥੇ ਨੇ? ਤੁਸੀਂ ਜੀ ਪਿੰਡ ਦੇ ਵਿੱਚ ਘਰ ਢਾਤਾ ਬਲਡੋਜ਼ਰ ਨਾਲ ਕਿ ਲਓ ਜੀ ਨਸ਼ੇ ਦਾ ਸਪਲਾਇਰ, ਅਸੀਂ ਪਿੰਡ ਦਾ ਚੈਨ ਤੋੜਤੀ, ਪਿੰਡ ਦੀ ਚੈਨ ਤੋੜੀ, ਪਿੰਡ ਤੱਕ ਨਸ਼ਾ ਲੈ ਕੇ ਕੌਣ ਆਉਂਦਾ ਸੀ? ਉਹ ਚੈਨ ਕਿੱਥੇ ਆ? ਉਹ ਕਦੋਂ ਫੜਨੀ ਆ? ਸੋ ਇਸ ਲਈ ਆਹ ਸਾਰੇ ਜਿਹੜੇ ਮਸਲੇ ਨੇ, ਤੇ ਇਹ ਸਭ ਦੇ ਵਿੱਚ ਸਾਡੇ ਸਿਆਸਤਦਾਨ ਜਿਹੜੇ ਚੁੱਪ ਵੱਟ ਜਾਂਦੇ ਨੇ, ਇਹ ਪੰਜਾਬ ਦੇ ਲਈ ਸਵਾਲ ਹੈ। ਇੱਕ ਤੇਰੇ ਗਲਤੀ ਕਰਦੇ, ਦੂਜੀ ਤੇਰੇ ਬੋਲਦੀ ਵੀ ਨਹੀਂ ਬੋਲਦੀ। ਕਿਸੇ ਨੂੰ ਬੀਜੇਪੀ ਚ ਜਾਣ ਦਾ ਲਾਲਚ, ਕਿਸੇ ਨੂੰ ਈਡੀ ਦਾ ਡਰ, ਹੈ ਨਾ। ਫਿਰ ਉਸ ਦੇ ਬਾਵਜੂਦ ਵੀ, ਇਹ ਚੁੱਪੀਆਂ ਦੇ ਬਾਵਜੂਦ ਵੀ, ਅੱਖਾਂ ਮੀਚਣ ਦੇ ਬਾਵਜੂਦ ਵੀ ਸਿਆਸਤਦਾਨ ਲਗਾਤਾਰ ਫਸਦੇ ਜਾ ਰਹੇ ਨੇ। ਚਾਹੇ ਕਾਂਗਰਸੀ ਲੰਬੀ ਗਿਣਤੀ ਭਾਰਤ ਭੂਸ਼ਣ ਆਸ਼ੂ ਫਸ ਗਿਆ ਜੀ, ਕਦੇ ਸਾਹਿਬ ਸਿੰਘ ਧਰਮਸੋਤ ਫਸ ਗਿਆ ਜੀ, ਕਦੇ ਇੱਕ ਹੋਰ ਇਹਨਾਂ ਦਾ ਆਪਣਾ ਵਿਜੇ ਸਿੰਗਲਾ ਫਸ ਗਿਆ ਜੀ, ਹੁਣ ਇੱਕ MLA ਫਸ ਗਿਆ ਜੀ, ਕਦੇ ਇਹਦੀ ਵੀਡੀਓ ਆ ਗਈ ਜੀ, ਕਦੇ ਉਹਦੀ ਵੀਡੀਓ ਆ ਗਈ। ਮੈਂ ਕਹਿੰਦਾ ਪੁੱਛੋ ਨਾ, ਰੋਜ਼ ਨਵਾਂ ਚੰਨ ਚੜਦਾ। ਬਿਲਕੁਲ ਸਹੀ। ਪਰ ਇਹ ਸਭ ਦੇ ਦਰਮਿਆਨ ਸੁਖਬੀਰ ਸਿੰਘ ਬਾਦਲ ਵਾਲਾ ਮਸਲਾ, ਸੁਖਬੀਰ ਸਿੰਘ ਬਾਦਲ ਲਈ ਵਕਫ ਬੋਰਡ ਵਾਲੇ ਮਸਲੇ ਤੇ, ਘੱਟ ਗਿਣਤੀ ਵਾਲੇ ਮਸਲੇ ਤੇ ਲੜਾਈ ਲੜਨਾ ਜ਼ਰੂਰੀ ਨਹੀਂ। ਉਹ ਨਾਰਾਇਣ ਚੌੜੇ ਨੂੰ ਜ਼ਮਾਨਤ ਮਿਲ ਗਈ, ਉਹਦੇ ਲਈ ਅਦਾਲਤ ਜਾਣਾ ਜ਼ਰੂਰੀ ਹੈ। ਹਾਂਜੀ ਬਿਲਕੁਲ। ਸੋ ਤੁਸੀਂ ਇਹ ਦੇਖੋ ਨਾ ਕਿ ਇਹਨਾਂ ਦੀਆਂ ਪਹਿਲ ਕਦਮੀਆਂ ਕੀ ਹੋ ਗਈਆਂ, ਇੱਥੋਂ ਅੰਦਾਜ਼ਾ ਲਾਓ। ਫਿਰ ਵਿਕਰਮ ਮਜੀਠੀਆ ਵਾਲਾ ਮਸਲਾ ਚੱਲ ਰਿਹਾ ਜੀ ਕਿ ਉਹਦੀ ਸਿਕਿਉਰਿਟੀ ਹਟਾ ਲਈ, ਸਿੱਟ ਬਦਲਤੀ, ਹੈ ਨਾ। ਇਹਦੇ ਦਰਮਿਆਨ ਹੀ ਮਤਲਬ ਕਿ ਜੀ ਉਹ ਕਹਿੰਦਾ ਮੇਰੇ ਤੇ ਹਮਲਾ ਹੋ ਸਕਦਾ, ਨਵਾਂ ਪਰਚਾ ਹੋ ਸਕਦਾ, ਨਵੀਂ ਸਿੱਟ ਅਦਾਲਤ ਪਹੁੰਚ ਗਈ ਕਿ ਲਿਆਓ ਜੀ, ਮਤਲਬ ਅਸੀਂ ਸਰਚ ਵਾਰੰਟ ਹਾਸਲ ਕਰਨਾ। ਤੇ ਇੱਧਰ ਵਿਕਰਮ ਮਜੀਠੀਆ ਤੇ ਅਮਨ ਅਰੋੜਾ ਕਿਸ ਗੱਲ ਤੇ ਬੈਸੀ ਜਾਂਦੇ ਆ ਕਿ ਮਜੀਠੀਆ ਨੇ ਕਹਿਤਾ ਜੀ ਕਿ ਅਮਨ ਅਰੋੜਾ ਦੱਸਦਾ ਮੈਨੂੰ ਇੱਕ ਪ੍ਰੋਗਰਾਮ 'ਚ ਕਿ ਭਗਵੰਤ ਮਾਨ ਨੂੰ ਤਾਂ ਸਾਡੀ ਪਾਰਟੀ 'ਚ ਕੋਈ ਵੀ ਪਸੰਦ ਨਹੀਂ ਕਰਦਾ, ਤੇ ਅਮਨ ਅਰੋੜਾ ਕਹਿੰਦਾ ਜੀ ਵਿਕਰਮ ਮਜੀਠੀਆ ਝੂਠ ਬੋਲਦਾ। ਇਹ ਮੁੱਦਾ ਹੈ ਹੁਣ ਪੰਜਾਬ ਦਾ, ਇਹ ਮੁੱਦਾ ਹੁਣ ਪੰਜਾਬ ਦਾ। ਸਹੀ ਬਿਲਕੁਲ ਸਹੀ ਕਿਹਾ ਤੁਸੀਂ ਕਿ ਜੀ ਅਮਨ ਅਰੋੜਾ ਕਹਿੰਦਾ ਇਹ ਝੂਠ ਬੋਲਦਾ ਜੀ, ਜਿਹੜੀ ਇਹ ਫੋਟੋ ਦਿਖਾਉਂਦਾ ਇਹਦੀਆਂ 25 ਫੋਟੋਆਂ ਮੇਰੇ ਕੋਲ ਨੇ। ਜੇ ਇਹ ਸੱਚਾ ਜੀ, ਆਪਣੇ ਨਿਆਣੇ ਤੇ ਘਰ ਵਾਲੀ ਸਣੇ ਦਰਬਾਰ ਸਾਹਿਬ ਚੜ ਜਾਵੇ, ਨਹੀਂ ਮੈਂ ਆਪਣੇ ਟੱਬਰ ਨਾਲ ਚੜ ਜਾਣਾ ਜੀ, ਦਰਬਾਰ ਸਾਹਿਬ ਆ ਜਾਓ। ਮਤਲਬ ਇਹ ਮੁੱਦੇ ਨੇ ਜਿਹੜੇ ਮਸਲੇ ਹੱਲ ਕਰਨ ਲਈ ਤੁਸੀਂ ਸੱਤਾ ਚਾਹੇ ਹੋ, ਜਿਹੜੇ ਮੁੱਦਿਆਂ ਲਈ ਤੁਸੀਂ ਵਿਰੋਧੀ ਧਿਰ 'ਚ ਬੈਠੇ ਹੋ, ਉਹ ਰੋਲ ਕਿਹਨੇ ਨਿਭਾਉਣਾ? ਸਹੀ ਬਿਲਕੁਲ। ਉਹ ਰੋਲ ਕਦੋਂ ਨਿਭਾਉਣਾ? ਪੁੱਛੋ ਨਾ ਪ੍ਰਤਾਪ ਸਿੰਘ ਬਾਜਵੇ ਨੂੰ ਕਿ ਪਾਣੀ ਵਾਲੇ ਮਸਲੇ ਤੇ ਕਿਉਂ ਨਹੀਂ ਜ਼ਬਾਨ ਖੋਲੀ, ਬਾਬੇ ਵਾਲੇ ਮਸਲੇ ਤਾਂ ਬਹੁਤ ਬੋਲਿਆ ਸੀ, ਇਹ ਉਹਦੇ ਨਾਲ ਜੁੜਦਾ ਕਨੈਕਸ਼ਨ ਨਹੀਂਗਾ। ਅਗਲੇ ਕਾਨੂੰਨ ਪਾਸ ਕਰਕੇ ਪਰੇ ਗਏ। ਇਸ ਲਈ ਹਰੇਕ ਬੰਦਾ ਨਾ ਵੋਟ ਦੀ ਮੈਨੇਜਮੈਂਟ ਕਰ ਰਿਹਾ। ਔਰ ਸਭ ਤੋਂ ਵੱਡਾ ਪਹਿਲੂ ਇਹ ਆ ਕਿ ਇਸ ਮੌਕੇ ਜਦੋਂ ਘੱਟ ਗਿਣਤੀਆਂ ਦੇ ਹਵਾਲੇ ਨਾਲ ਸੰਸਦ ਦੇ ਵਿੱਚ ਰਾਤ ਨੂੰ 2:10 ਤੇ ਬਿੱਲ ਪਾਸ ਹੁੰਦੇ ਹੋਣ, 2:22 ਤੇ ਰਾਜ ਸਭਾ 'ਚ ਪਾਸ ਹੁੰਦੇ ਹੋਣ, ਅੱਧੀਆਂ ਰਾਤਾਂ ਨੂੰ ਜਦੋਂ ਮੁਲਕ ਸੁੱਤਾ ਹੋਵੇ ਤਦ ਇਹ ਕੁੰਡੇ ਲਾ ਕੇ ਅੰਦਰ ਬੈਠ ਕੇ ਕੁਛ ਕਰ ਰਹੇ ਹੋਣ, ਜਦੋਂ ਮੱਚ ਮਰਿਆ ਹੋਵੇ, ਹੈ ਨਾ। ਮਤਲਬ ਵੈਸੇ ਹੀ ਦਿਨ ਦੇ ਵਿੱਚ ਵੀ ਜਾਨ ਨਿਕਲੀ ਹੁੰਦੀ ਵਿਰੋਧੀ ਧਿਰ, ਅੱਧੀ ਰਾਤ ਨੂੰ ਤਾਂ ਉਹਨਾਂ 'ਚ ਕੀ ਜਾਨ ਰਹਿੰਦੀ ਹੋਊਗੀ। ਸੋ ਇਹ ਜਿਹੜਾ ਤਰੀਕਾ ਹੈ, ਉਸ ਤਰੀਕੇ ਤੇ ਘੱਟੋ ਘੱਟ ਮੈਂ ਕਹਿੰਦਾ ਬਾਕੀ ਦਲਾਂ ਨੂੰ ਛੱਡੋ,
ਜਿਹੜੀ ਧਿਰ ਜਨਮੀ ਹੀ ਘੱਟ ਗਿਣਤੀਆਂ ਦੇ ਹਵਾਲੇ ਨਾਲ ਸੀ, ਸ਼੍ਰੋਮਣੀ ਅਕਾਲੀ ਦਲ, ਉਹਨੂੰ ਤਾਂ ਹੱਥ ਤੇ ਲੜਾਈ ਲੜਨੀ ਚਾਹੀਦੀ। ਬਹੁਤ ਚੰਗਾ ਬੋਲੀ ਬੀਬੀ ਹਰਸਿਮਰਤ ਕੌਰ ਬਾਦਲ, ਕਾਬਲੇ ਤਾਰੀਫ ਹੈ ਸੰਸਦ ਦੇ ਵਿੱਚ, ਕਾਬਲੇ ਤਾਰੀਫ ਹੈ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਵੀ ਬੋਲੇ, ਸ਼ਾਬਾਸ਼ੀ ਆਮ ਆਦਮੀ ਪਾਰਟੀ ਦੇ ਉਹ ਵੀ ਬੋਲੇ, ਪਰ ਸੰਸਦ ਤੋਂ ਬਾਹਰ ਨਿਕਲ ਕੇ ਤੁਹਾਡੀ ਜ਼ਬਾਨ ਕਿਉਂ ਸਿਲ ਜਾਂਦੀ ਆ? ਸਹੀ ਹੈ, ਉੱਥੇ ਬੋਲਿਆ ਰਿਕਾਰਡ ਚ ਆ ਗਏ, ਤੁਸੀਂ ਦੇਖ ਗਏ ਹੈਨਾ, ਪਰ ਧਰਾਤਲ ਤੇ ਕਿੱਥੇ ਇਕਸੁਰਤਾ, ਇਕਜੁੱਟਤਾ ਇਸ ਮੁੱਦੇ ਤੇ ਕਿੱਥੇ? ਫਿਰ ਸਾਰੇ ਦੇ ਸਾਰੇ ਪੰਜਾਬ ਦੇ MP ਪੰਜਾਬ ਚ ਆ ਕੇ ਇਕੱਠੇ ਬਹਿ ਜਾਓ ਨਾ। ਬਿਲਕੁਲ ਜੀ, ਕਹੋ ਆਪਣੀਆਂ ਪਾਰਟੀਆਂ ਨੂੰ ਕਿ ਬੁਲਾਓ ਸਰ ਪਾਰਟੀ ਮੀਟਿੰਗ। ਇਹ ਭਾਈ ਇਕੱਲੇ ਇੱਕ ਘੱਟ ਗਿਣਤੀ ਦਾ ਨਹੀਂ, ਕੱਲ ਨੂੰ ਸਾਰਿਆਂ ਦਾ ਹੀ ਹੈ। ਮਤਲਬ ਜਿੱਥੇ ਜਿਹੜਾ ਘੱਟ ਗਿਣਤੀ ਆ, ਅੱਜੇ ਚਲੇ ਗਏ ਬੰਗਲਾਦੇਸ਼ ਮੋਦੀ ਜੀ, ਉੱਥੇ ਜਾ ਕੇ ਕਹਿੰਦੇ ਵੀ ਘੱਟ ਗਿਣਤੀ ਭਾਈਚਾਰੇ ਦਾ ਧਿਆਨ ਰੱਖੋ, ਕਿਉਂਕਿ ਉੱਥੇ ਹਿੰਦੂ ਘੱਟ ਗਿਣਤੀ ਆ, ਫਿਰ ਇੱਥੇ ਮੁਸਲਮਾਨ ਸਿੱਖ ਘੱਟ ਗਿਣਤੀ ਆ, ਪੰਜਾਬ 'ਚ ਹਿੰਦੂ ਘੱਟ ਗਿਣਤੀ ਆ, ਫਿਰ ਜਿੱਥੇ ਜਿਹੜਾ ਘੱਟ ਗਿਣਤੀ ਉਹ ਮੁਸੀਬਤ 'ਚ ਹੈ, ਫਿਰ ਉਹਦੇ ਲਈ ਕਿਹਨੇ ਲੜਨਾ? ਕਿੱਥੇ ਹੋ ਤੁਸੀਂ ਘੱਟ ਗਿਣਤੀ ਦੀ ਪਹਿਰੇਦਾਰੀ? ਇਹ ਸਭ ਡਰਾਮਾ ਹੈ। ਸਹੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਵਕਫ ਬੋਰਡ ਤੇ ਬਿਆਨ, ਜ਼ਿੰਮੇਵਾਰੀ ਖਤਮ। ਬੀਬੀ ਹਰਸਿਮਰਤ ਕੌਰ ਬਾਦਲ ਸੰਸਦ 'ਚ ਬੋਲ ਲਈ, ਬਿਆਨ, ਜ਼ਿੰਮੇਵਾਰੀ ਖਤਮ। ਬਿਲਕੁਲ। ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਤੀ, ਹੈ ਜ਼ਿੰਮੇਵਾਰੀ ਖਤਮ ਅਕਾਲੀ ਦਲ ਦੀ। ਮਤਲਬ ਇਹ ਜ਼ਿੰਮੇਵਾਰੀਆਂ ਮੁੱਕ ਜਾਂਦੀਆਂ। ਕਾਂਗਰਸੀ ਵੀ ਕਹੂਗੀ ਅਸੀਂ ਬੋਲਤੇ। ਹੁਣ ਪਟੀਸ਼ਨਾਂ ਦਾ ਹੜ ਆ ਰਿਹਾ, ਅਦਾਲਤ ਵੱਲ ਨੂੰ ਜਾ ਰਹੇ ਨੇ। ਪ੍ਰਵੀਨ ਜੀ, ਜਦੋਂ 3 ਖੇਤੀ ਕਾਨੂੰਨਾਂ ਦੀ ਲੜਾਈ ਦਿੱਲੀ ਬਾਰਡਰਾਂ ਤੇ ਚੱਲ ਰਹੀ ਸੀ ਨਾ, ਮੈਂ ਉਹ ਬੜੇ ਬੜੇ ਵਕੀਲ ਦੇਖੇ ਨੇ ਜਿਹੜੀਆਂ ਫਾਈਲਾਂ ਲੈ ਕੇ ਜਥੇਬੰਦੀਆਂ ਕੋਲ ਆਉਂਦੇ ਸੀ। ਮੇਰੀ ਨਜ਼ਰ ਚੋਂ ਲੰਘ ਕੇ ਗਿਆ ਉਹ ਸਾਰਾ ਕੁਛ, ਕਿ ਜੀ ਆਹ ਅਸੀਂ ਖਰੜਾ ਤਿਆਰ ਆ, ਸਵੇਰ ਨੂੰ ਅਦਾਲਤ ਚ ਐ ਰੋਕ ਲੱਗ ਜੂ, ਆ ਚੱਲ ਜੂ। ਜਥੇਬੰਦੀਆਂ ਨੇ ਕਹਿੰਦੇ ਬਾਈ ਧੰਨਵਾਦ ਤੁਸੀਂ ਆਏ, ਇਹਨਾਂ ਨੂੰ ਚਾਹ ਪਾਣੀ ਛਕਾਓ ਵਕੀਲਾਂ ਨੂੰ। ਸਹੀ ਬਿਲਕੁਲ। ਅਸੀਂ ਲੜਾਈ ਆਮੋ ਸਾਹਮਣੇ ਲੜਨੀ ਹੈ, ਅਦਾਲਤਾਂ 'ਚ ਧੱਕੇ ਨਹੀਂ ਖਾਣੇ। ਸਹੀ ਗੱਲ ਆ, ਬਿਲਕੁਲ ਸਹੀ। ਜਦੋਂ ਇਹ ਮਾਮਲਾ ਅਦਾਲਤਾਂ ਚਲਾ ਗਿਆ, ਸਮਝ ਲਓ 10 ਸਾਲ ਅੱਗੇ ਗਿਆ। ਤੋ ਇਸ ਲਈ ਇਹੋ ਜਿਹੇ ਮੁੱਦਿਆਂ ਤੇ ਪਾਰਟੀਆਂ ਨੇ, ਜਥੇਬੰਦੀਆਂ ਨੇ ਲੜਨਾ ਹੁੰਦਾ। ਬਿਲਕੁਲ ਸਹੀ। ਤੇ ਕਿੱਥੇ ਉਹ ਲੜਾਈ? ਪਰ ਅਫਸੋਸ, ਜੇਕਰ ਮੈਂ ਪੰਜਾਬ ਦੇ ਹਵਾਲੇ ਨਾਲ, ਪੰਥਕ ਜਮਾਤ ਦੇ ਹਵਾਲੇ ਨਾਲ ਗੱਲ ਕਰਾਂ, ਸਾਨੂੰ ਆਹ ਦਿਨ ਦੇਖਣੇ ਪੈ ਰਹੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਪੂਰਨ ਰੂਪ ਸੇਵਾ ਸੰਭਾਲੀ ਹੋਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਤੋਂ ਇੱਕ ਸਿੱਖ ਪਰਿਵਾਰ ਸਰੋਪਾਓ ਲੈਣਾ ਇਨਕਾਰ ਕਰਦਾ ਦਰਬਾਰ ਸਾਹਿਬ ਦੇ ਗਲਿਆਰੇ 'ਚ। ਹਾਂਜੀ ਬਿਲਕੁਲ ਵਾਪਰਿਆ। ਸੋਚਣ ਦੀ ਲੋੜ ਹੈ ਸ਼੍ਰੋਮਣੀ ਕਮੇਟੀ ਨੂੰ, ਸੋਚਣ ਦੀ ਲੋੜ ਹੈ ਸ਼੍ਰੋਮਣੀ ਕਮੇਟੀ ਦੇ ਆਕਾਵਾਂ ਨੂੰ। ਮੈਂ ਬਾਰ-ਬਾਰ ਗੱਲ ਕਰਦਾ ਰਿਹਾ ਕਿ ਇਹ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦਾ ਵਿਰੋਧ ਨਹੀਂ, ਇਹ ਸ਼੍ਰੋਮਣੀ ਕਮੇਟੀ ਵੱਲੋਂ ਸਿਸਟਮ ਜਿਹੜਾ ਬਣਾ ਕੇ ਥੋਪਿਆ ਗਿਆ ਉਹਦਾ ਵਿਰੋਧ ਹੈ। ਬਿਲਕੁਲ ਸਹੀ ਹੈ। ਪਹਿਲੇ ਜਿਸ ਤਰ੍ਹਾਂ ਤੋਰੇ ਗਏ ਉਹਦਾ ਵਿਰੋਧ ਹੈ, ਨਵਿਆਂ ਨੂੰ ਲਿਆਉਣ ਦੇ ਤਰੀਕੇ ਤੇ ਵਿਰੋਧ ਹੈ। ਜੇ ਤੁਸੀਂ ਕਹਿੰਦੇ ਹੋ ਸਾਡੇ ਕੋਲ ਤਾਕਤ ਹੈ, ਇਸੇ ਤਾਕਤ ਦਾ ਹੰਕਾਰ ਤੁਹਾਡੇ ਕੋਲ ਵਿਧਾਨਕ ਸੱਤਾ ਦਾ ਸੀ, ਜਿਹੜਾ ਲੋਕਾਂ ਨੇ ਪਹਿਲੀ ਵਾਰ ਵਿਰੋਧੀ ਧਿਰ ਤੋਂ ਬਾਹਰ ਕੀਤੇ, ਦੂਈ ਵਾਰ ਉਹੀ ਲਾਭੇ ਕੀਤੇ। ਕੱਲੇ ਤੁਸੀਂ ਦੱਸ ਰਹੇ ਸੀ ਕਿ 3 ਹੈਗੇ ਨੇ, ਉਹ ਵੀ 3 ਆਪਣੇ ਨਹੀਂ ਗਏ। ਜੀ। ਤੇ ਹੁਣ ਇਹਨਾਂ ਨੂੰ ਅਜੇ ਵੀ ਸ਼ਾਇਦ ਇਹ ਹੰਕਾਰ ਹੈ ਕਿ SGPC ਦਾ ਸਾਡੇ ਹੀ ਕੰਟਰੋਲ 'ਚ ਹੈ। ਉਹ ਭਰਾਵਾ ਉਹਦਾ ਚੋਣ ਨਹੀਂ ਹੋਈ, ਚੋਣ ਹੋ ਗਈ ਫਿਰ ਲੱਗੂ ਪਤਾ। ਤੇ ਦੂਸਰੀ ਗੱਲ, ਜਿਹੜੇ ਕੰਟਰੋਲ ਦੇ ਦਮ ਤੇ ਉੜੇ ਫਿਰਦੇ ਹੋ, ਆਹ ਸਥਿਤੀ ਕਿਉਂ ਬਣ ਗਈ? ਤੁਸੀਂ ਸੋਚਿਆ ਕਦੇ ਕਿ ਤੁਸੀਂ ਇੱਕ ਜਥੇਦਾਰ ਲਾਵੋ ਕਿ ਜੀ ਅਸੀਂ ਬਾਬਾ ਟੇਕ ਸਿੰਘ ਧਨੌਲਾ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਲਾਉਂਦੇ ਆ? ਕਿੰਨੇ ਦਿਨ ਹੋ ਗਏ, ਬੰਦਾ ਸੇਵਾ ਹੀ ਨਾ ਸੰਭਾਲੇ ਆ ਕੇ। ਮੈਂ ਕਹਿੰਦਾ ਚਾਹੇ ਤੁਸੀਂ ਰੋਕਿਆ, ਚਾਹੇ ਉਹ ਆਪ ਪਿੱਛੇ ਹਟਿਆ। ਕਿਉਂ ਇਹ ਸਥਿਤੀ ਆ ਗਈ? ਤੁਸੀਂ ਜਥੇਦਾਰ ਲਾਵੋ ਯਾਨੀ ਕੁਲਦੀਪ ਸਿੰਘ ਗੜਗੱਜ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ, ਤੇ ਉੱਥੇ ਗੁਰੂ ਸਾਹਿਬ ਦੇ ਦਰਬਾਰ 'ਚ ਪ੍ਰਕਾਸ਼ ਤੋਂ ਪਹਿਲਾਂ ਹੀ ਤੁਸੀਂ ਕਹੋ ਜੀ ਲਓ ਜੀ, ਕਿਸੇ ਹੋਰ ਅਖੰਡ ਪਾਠ ਸਾਹਿਬ ਦੇ ਸਾਹਮਣੇ ਚੱਲ ਰਹੇ ਤੇ ਪੱਗ ਰੱਖ ਕੇ ਲਓ ਜੀ ਅਸੀਂ ਅੱਧੀ ਰਾਤ ਨੂੰ ਇਹਨਾਂ ਨੂੰ ਜਥੇਦਾਰੀ ਸੌਂਪਤੀ, ਹੈਨਾ। ਤੁਸੀਂ ਕਾਰਜਕਾਰੀ ਜਥੇਦਾਰ ਲਾਵੋ ਯਾਨੀ ਕੁਲਦੀਪ ਸਿੰਘ ਗੜਗੱਜ ਨੂੰ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ, ਤੇ ਨਾਲ ਹੀ ਕਹੋ ਜੀ ਅਸੀਂ ਨਵੇਂ ਜਥੇਦਾਰ ਲੱਭ ਰਹੇ ਹਾਂ। ਮਤਲਬ ਹੁਣ ਤਾਂ ਟੈਂਪਰੇਰੀ ਉਹ ਦਿੱਤਾ, ਸਾਡੀ ਭਾਲ ਤਾਂ ਹੋਰ ਹੈ। ਤੇ ਜਿੰਨੇ ਬੂਹਿਆਂ ਤੇ ਧਾਮੀ ਸਾਹਿਬ ਗਏ ਨੇ, ਹੈਨਾ, ਅਗਲਿਆਂ ਨੇ ਜਲ ਪਾਣੀ ਛਕਾ ਕੇ, ਲੰਗਰ ਪਾਣੀ ਛਕਾ ਕੇ ਤੋਰਤਾ, ਕਹਿੰਦੇ ਇਨਕਾਰ ਹੈ ਜੀ, ਅਸੀਂ ਨਹੀਂ ਬਣਨਾ। ਮਤਲਬ ਨਹੀਂ ਬੰਦਾ ਫਕਰ ਕਰੇ, ਮਾਣ ਕਰੇ ਕਿ ਮੈਨੂੰ ਐਡੀ ਵੱਡੀ ਸੇਵਾ ਗੁਰੂ ਸੌਂਪ ਰਿਹਾ। ਸਹੀ ਗੱਲ, ਕਿ ਮੈਨੂੰ ਅਕਾਲ ਤਖਤ ਸਾਹਿਬ ਦੀ ਸੇਵਾ, ਮੈਨੂੰ ਤਖਤ ਦੀ ਸੇਵਾ ਮਿਲ ਰਹੀ ਹੈ। ਤੇ ਕਿਉਂ ਇਨਕਾਰ ਕਰ ਰਿਹਾ? ਉਹਨਾਂ ਨੂੰ ਪਤਾ ਹੈ ਕਿ ਇਹ ਸੇਵਾ ਗੁਰੂ ਦੀ ਮਨਜ਼ੂਰੀ ਨਾਲ ਨਹੀਂ, ਇਹ ਬਾਦਲ ਟੱਬਰ ਦੀ ਮਨਜ਼ੂਰੀ ਨਾਲ ਮਿਲ ਰਹੀ ਹੈ, ਤੇ ਮੈਨੂੰ ਉਹਨਾਂ ਦੇ ਇਸ਼ਾਰਿਆਂ ਤੇ ਨੱਚਣਾ ਪੈਣਾ, ਤਾਂ ਨਹੀਂ ਕੋਈ ਆਉਣਾ ਚਾਹੁੰਦਾ। ਅੱਜ ਸਰੋਪਾਓ ਲੈਣ ਤੋਂ ਇਨਕਾਰ ਕਰਨ ਦਾ ਮਤਲਬ ਉਹਨਾਂ ਨੂੰ ਪਤਾ ਹੈ ਕਿ ਭਾਈ ਤੁਸੀਂ ਕਿਸ ਤਰ੍ਹਾਂ ਲਾਏ ਗਏ ਹੋ, ਕਿਹੜੇ ਕੰਮ ਲਈ। ਤੁਸੀਂ ਤਾਂ ਕਹਿੰਦੇ ਹੋ ਜੀ ਇੱਕ ਕਮੇਟੀ ਜੀ ਫਿਰਦੀ ਹੈ ਜੀ, ਉਹਨੂੰ ਹੱਕ ਨਹੀਂਗਾ। ਭਾਈ ਹੁਕਮਨਾਮਿਆਂ 'ਚ ਉਹ ਕਮੇਟੀ, ਸਹੀ ਗੱਲ, ਤੇ ਉੱਥੇ ਇਕੱਠ ਹੋ ਰਹੇ ਨੇ ਅਗਲਿਆਂ ਦੇ। ਸੋ ਇਸ ਲਈ ਜਦੋਂ ਤੁਸੀਂ ਸਿਧਾਂਤ ਨੂੰ ਪਰੇ ਰੱਖ ਕੇ ਇੱਕ ਪਰਿਵਾਰ ਨੂੰ ਮੂਹਰੇ ਰੱਖੋਗੇ, ਹੈਨਾ, ਤਾਂ ਉਹਦੇ ਵਿੱਚ ਸਵਾਲ ਹੋਣਗੇ। ਸੋ ਅੱਜ ਪੰਜਾਬ ਦੇ ਵਿੱਚ ਪੰਥਕ ਸੰਕਟ ਵੀ, ਅੱਜ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ ਸੰਕਟ ਵੀ, ਅੱਜ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੀ ਕਾਰਗੁਜ਼ਾਰੀ ਦਾ ਸੰਕਟ ਵੀ, ਅੱਜ ਪੰਜਾਬ ਦੇ ਵਿੱਚ ਆਰਥਿਕ ਸੰਕਟ ਵੀ, ਅੱਜ ਪੰਜਾਬ ਦੇ ਵਿੱਚ ਉਹਨਾਂ ਦੀਆਂ
ਜੋ ਸਾਡੀਆਂ ਬੁਨਿਆਦੀ ਚੀਜ਼ਾਂ ਨੇ ਉਹਨਾਂ ਦੇ ਘਾਣ ਦਾ ਸੰਕਟ ਵੀ, ਜਵਾਨੀ ਦਾ ਸੰਕਟ ਵੀ, ਕਿਸਾਨੀ ਦਾ ਸੰਕਟ ਵੀ, ਤੇ ਪੰਜਾਬ ਤਾਂ ਮਝਧਾਰ 'ਚ ਫਸਿਆ ਭਾਈ। ਤੇ ਉਹਦੇ ਵਿੱਚੋਂ ਕੱਢਣ ਲਈ ਤੁਹਾਡੇ ਕੋਲ ਕੋਈ ਨੀਤੀ ਜਾਂ ਨੀਅਤ ਹੈ ਹੀ ਨਹੀਂ। ਤੇ ਫਿਰ ਪਾਤਰ ਸਾਹਿਬ ਦੀਆਂ ਸਤਰਾਂ ਦਾ ਯਾਦ ਆਉਣਗੀਆਂ ਹੀ ਨਾ ਕਿ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਕੋਈ ਇਹਦੇ ਸਿਰ ਤੋਂ ਮਾਰੋ ਅਫਸੋਸ। ਜੀ ਬਿਲਕੁਲ ਬਿਲਕੁਲ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਕਾਂਗਰਸ ਦੀ ਲੁਧਿਆਣਾ ਦੇ ਵਿੱਚ ਕਹਿੰਦੇ ਭਾਰਤ ਭੂਸ਼ਣ ਆਸ਼ੂ ਨੂੰ ਉਤਾਰਤਾ ਸੰਜੀਵ ਅਰੋੜਾ ਦੇ ਸਾਹਮਣੇ ਜੀ। ਬਿਲਕੁਲ ਜੀ, ਇਹ ਸਾਡੀ ਹੁਣ ਵਿਡੰਬਨਾ ਹੈ ਕਿ ਸਾਨੂੰ ਇਹੋ ਜਿਹੇ ਉਮੀਦਵਾਰ ਮਿਲਦੇ ਨੇ। ਇੱਕ ਇੰਡਸਟਰੀਲਿਸਟ ਹੈ ਜਿਹੜਾ ਪੰਜਾਬ ਦਾ ਨਾ ਹੋ ਕੇ ਇੱਕ ਪਰਿਵਾਰ ਦਾ ਕੇਜਰੀਵਾਲ ਦੇ ਟੱਬਰ ਦੇ ਇਸ਼ਾਰੇ ਤੇ ਕੰਮ ਕਰਨਾ ਅਗਲੇ ਨੇ ਉਹਨਾਂ ਲਈ, ਹੈ ਨਾ, ਨਾਲੇ ਪੈਸਾ ਵੀ ਆਪਣਾ ਫੂਕਣਾ ਤੇ ਨਾਲੇ, ਹੈ ਨਾ, ਚਲੋ ਜੋ ਵੀ ਹੈ। ਦੂਸਰੇ ਪਾਸੇ ਭਾਰਤ ਭੂਸ਼ਣ ਆਸ਼ੂ ਵਰਗਾ ਲੀਡਰ ਹੈ, ਕਹਿੰਦੇ ਜੀਤੋ ਜੀ ਹਾਈ ਕਮਾਂਡ ਰਾਹੁਲ ਗਾਂਧੀ ਐਂਡ ਪਾਰਟੀ ਬਹੁਤ ਬਾਗੋ-ਬਾਗ ਹੈ, ਪਰ ਅਗਲੇ ਤੇ ਕਿਹੋ ਜਿਹੇ ਦਾਗ ਨੇ, ਕਿਹੋ ਜਿਹੇ ਮਤਲਬ ਉਹਦੇ ਪਹਿਲੂ ਨੇ। ਵਿਵਹਾਰ ਵੀ ਉਹਦਾ ਜਨਤਕ ਹੈ ਸਭ ਸਾਹਮਣੇ ਕਿ ਉਹ ਅਫਸਰ ਅਧਿਕਾਰੀਆਂ ਨਾਲ, ਇੱਕ ਮਹਿਲਾ ਅਫਸਰ ਨਾਲ ਵੀ ਕਿਹੋ ਜਿਹਾ ਵਿਵਹਾਰ ਕਰਦਾ ਸੀ, ਹੈ ਨਾ, ਤੇ ਕਿਹੋ ਜਿਹੇ ਉਹਦਾ ਪਿਛਲਾ ਟਰੈਕ ਰਿਕਾਰਡ ਚੱਕਿਆ ਹੁੰਦਾ ਕਿ ਕਿਸੇ ਸਮੇਂ ਬਿੱਟੂ ਦਾ ਆੜੀ ਸੀ, ਹੁਣ ਬਿੱਟੂ ਦੂਜੀ ਪਾਰਟੀ 'ਚ ਹੈ। ਸੋ ਇਹ ਵੀ ਪਤਾ ਨਹੀਂ ਗਾ ਕੱਲ ਨੂੰ ਇੱਥੇ ਕਿਹਦੀ ਨਾਲ ਸੈਟਿੰਗ ਹੋਣੀ ਦੀ ਰਾਜਨੀਤੀ 'ਚ, ਇਹ ਵੀ ਨਹੀਂ ਪਤਾ। ਰਾਜਾ ਬੜਿੰਗਾ ਆਪਣੀ ਡਫਲੀ ਵਜਾ ਰਿਹਾ, ਹੈ ਨਾ, ਤੇ ਇੱਧਰ ਇਹ ਭਾਰਤ ਭੂਸ਼ਣ ਆਸ਼ੂ ਮਗਰ ਅੱਡ ਟੀਮ ਖੜੀ ਹੈ। ਸੋ ਮੈਂ ਨਹੀਂ ਕਹਿੰਦਾ ਕਿ ਮੁਕਾਬਲਾ ਨਹੀਂ ਹੋਊਗਾ, ਸਹੀ ਹੈ, ਕਿਉਂਕਿ ਜਿਹੜੇ ਲੁਧਿਆਣਾ ਖੇਤਰ 'ਚ ਹੋਣਾ ਹੈ ਕੰਮ, ਉੱਥੇ ਸਾਰਾ ਹੀ ਕੰਮ ਕਮਿਸ਼ਨ ਬੇਸ ਲੈਣ ਦੇਣ ਦੇ ਆਧਾਰ ਤੇ ਚੱਲਦਾ, ਹੈ ਨਾ। ਇੰਡਸਟਰੀ ਵਾਲਿਆਂ ਨੇ ਕਿੰਨੇ ਆਪਣੇ ਕਾਗਜ਼ ਪੱਤਰ ਇੱਧਰ ਉੱਧਰ ਕਰਕੇ, ਬਿੱਲ ਇੱਧਰ ਉੱਧਰ ਕਰਕੇ, ਕਿਸੇ ਨੇ GST ਬਚਾਉਣੀ ਹੈ, ਕਿਸੇ ਨੇ ਖਪਾਉਣੀ ਹੈ, ਕਿਸੇ ਨੇ ਕੁਛ ਕਰਨਾ ਹੈ, ਤੇ ਉਹਦੇ ਲਈ ਫਿਰ ਇਹੋ ਜਿਹੇ ਸਿਆਸਤਦਾਨਾਂ ਦੀ ਲੋੜ ਪੈਂਦੀ ਹੈ। ਇਹਨਾਂ ਨੇ ਉਹਨਾਂ ਦੇ ਉਹ ਬਿੱਲ ਐਡਜਸਟ ਕਰਨ ਦੇ ਚੱਕਰ 'ਚ ਆਪਣੇ ਬਿੱਲ ਐਡਜਸਟ ਕਰਾਉਣੇ ਹੁੰਦੇ ਆ। ਸੋ ਇਹ ਸਾਰਾ ਕਮਿਸ਼ਨ ਵਾਲਾ ਖੇਡ ਹੈ ਨਾ, ਇਹ ਇਹੋ ਜਿਹੇ ਥਾਵਾਂ ਦੇ ਉੱਤੇ ਜ਼ਿਆਦਾ ਪਣਪਦਾ, ਤੇ ਫਿਰ ਇਸ ਲਈ ਇਹੋ ਜਿਹੇ ਲੀਡਰ ਪ੍ਰਵਾਨ ਚੜਨਗੇ। ਸੋ ਇਹ ਵਿਡੰਬਨਾ ਹੈ ਜੀ। ਅਜੇ ਤਾਂ BJP ਵਾਲਾ ਆਉਣਾ, ਉਹਨੇ ਪਤਾ ਨਹੀਂ ਕਿਹੜਾ ਚੰਨ ਚੜਨਾ। ਅਜੇ ਤਾਂ ਅਕਾਲੀ ਦਲ ਦਾ ਲੀਡਰ ਲੱਭਦਾ ਫਿਰਦਾ ਕਿ ਕਿਹਨੂੰ ਟਿਕਟ ਦੇਣੀ ਹੈ। ਚਲੋ ਤਾਂ ਰਸਮ ਪੂਰਤੀ ਹੋਊਗੀ, ਹੈ ਨਾ। ਮੁਕਾਬਲਾ ਲੈ ਦੇ ਕੇ ਆਮ ਆਦਮੀ ਪਾਰਟੀ, ਕਾਂਗਰਸ ਤੇ BJP 'ਚ ਹੋ ਸਕਦਾ, ਹੈ ਨਾ। ਉਹਦੇ ਵਿੱਚੋਂ ਵੀ ਕਿਹੜੇ ਦੋ ਲੀਡਰ ਮੂਹਰੇ ਲੀਡ ਲੈਂਦੇ ਨਜ਼ਰ ਆਉਣਗੇ, ਇਹ ਜਿਮਨੀ ਚੋਣ ਹੈ। ਜਿਮਨੀ ਚੋਣ 'ਚ ਬੇਸ਼ੱਕ ਸੱਤਾਧਾਰੀ ਧਿਰ ਦਾ ਹੱਥ ਭਾਰੂ ਰਹਿੰਦਾ, ਤੇ ਜਿਵੇਂ ਸਾਰਾ ਦਿੱਲੀ ਵਾਲਾ ਲਾਣਾ ਲੁਧਿਆਣੇ 'ਚ ਢੁਕਿਆ ਹੋਇਆ, ਹੈ ਨਾ, ਡਾਰ ਉਤਰੀ ਹੋਈ ਹੈ, ਉਵੇਂ ਉਹ ਉਡਾ ਕੇ ਲੈ ਕੇ ਜਾਣਾ ਚਾਹੁੰਦੇ ਨੇ ਸੀ। ਠੀਕ ਹੈ, ਲੈ ਵੀ ਜਾਣਗੇ, ਪਰ ਇਹਦੀ ਜਿੱਤ ਹਾਰ ਨਾਲ ਪੰਜਾਬ ਦਾ ਕੁਛ ਬਣਨ ਵਾਲਾ ਨਹੀਂ ਬਣਨਾ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਅਗਲੀ ਖਬਰ ਦੇ ਵੱਲ ਵਧੀਆ ਤੇ ਗੱਲ ਕਰੀਏ ਆਪਾਂ। ਇੱਕ ਅਜਿਹੀ ਅਣਗਹਿਲੀ ਜਾਂ ਸਾਜ਼ਿਸ਼ ਕਹਿ ਲਓ ਜਿਹਦੇ ਨਾਲ ਪੰਜਾਬ ਦੇ ਗੋਦਾਮਾਂ ਦੇ ਵਿੱਚ ਜਿਹੜਾ ਅਨਾਜ ਰੱਖਿਆ ਸੀ 8000 ਮੀਟ੍ਰਿਕ ਟਨ ਅਨਾਜ ਬਰਬਾਦ ਹੋ ਗਿਆ ਜੀ। ਪ੍ਰਵੀਨ ਜੀ, ਕਹਿੰਦੇ ਪਿਛਲੇ 4-5 ਸਾਲਾਂ ਦੇ ਵਿੱਚ ਪੰਜਾਬ ਦੇ ਗੋਦਾਮਾਂ 'ਚ ਜਿਹੜਾ ਅਨਾਜ ਸਟੋਰ ਕਰਕੇ ਰੱਖਿਆ ਸੀ ਜੀ ਉਹ ਬਰਬਾਦ ਹੋ ਗਿਆ। ਮਤਲਬ 8191 ਮੀਟ੍ਰਿਕ ਟਨ ਅਨਾਜ ਪਿਛਲੇ 4 ਤੋਂ 5 ਸਾਲਾਂ 'ਚ ਪੰਜਾਬ ਦੇ ਸਟੋਰਾਂ 'ਚ ਬਰਬਾਦ ਹੋਇਆ। ਮੈਂ ਦੇਖਿਆ ਵੀ ਇੰਨੀ ਵੱਡੀ ਗਿਣਤੀ 'ਚ ਜਿਹੜਾ ਪੰਜਾਬ ਇੰਨਾ ਅਨਾਜ ਦੇ ਭੰਡਾਰ ਪੈਦਾ ਕਰਦਾ ਹੈ, ਜੀ ਬਿਲਕੁਲ, ਹੈ ਨਾ, ਉੱਥੇ ਇਹ ਸਥਿਤੀ ਬਣ ਜਾਵੇ। ਇਹਦੇ ਲਈ ਕੀ ਕਾਰਨ ਕੀ ਹੋ ਸਕਦੇ? ਜਦੋਂ ਮੈਂ ਪਿਛੋਕੜ 'ਚ ਝਾਤ ਮਾਰੀ ਜੀ ਤਾਂ ਮੈਂ ਦੇਖ ਕੇ ਹੈਰਾਨ ਰਹਿ ਗਿਆ, ਕਿਉਂਕਿ ਫੂਡ ਐਂਡ ਸਪਲਾਈ ਵਿਭਾਗ ਦੇ ਅੰਕੜੇ ਨੇ। ਅੱਛਾ ਪ੍ਰਵੀਨ ਜੀ, 2023-24 ਲੰਘਿਆ ਵਿੱਤੀ ਵਰ੍ਹਾ, ਕੱਲੇ ਇਸ ਵਿੱਤੀ ਵਰ੍ਹੇ 'ਚ 7700 ਮੀਟ੍ਰਿਕ ਟਨ ਤੋਂ ਵੱਧ ਅਨਾਜ ਬਰਬਾਦ ਹੋਇਆ। ਇਹਦਾ ਮਤਲਬ ਪਿਛਲੇ 3-4 ਸਾਲਾਂ 'ਚ ਤਾਂ ਕੁਛ ਨਹੀਂ ਮਸਲਾ ਜੀ। ਮਸਲਾ ਹੀ ਕੱਲਾ ਇਸ ਲੰਘੇ ਵਿੱਤੀ ਵਰ੍ਹੇ ਦਾ 7700, ਮਤਲਬ 7700 ਮੀਟ੍ਰਿਕ ਟਨ ਤੋਂ ਵੱਧ ਅਨਾਜ ਕੱਲੇ ਇੱਕ ਵਿੱਤੀ ਵਰ੍ਹੇ 'ਚ ਬਰਬਾਦ ਹੋ ਰਿਹਾ, ਤੇ ਅਸੀਂ ਕੁੱਲ 8191 ਦੀ ਗੱਲ ਕਰ ਰਹੇ ਹਾਂ, ਮਤਲਬ 82 ਕਿਲੋ ਦੀ ਗੱਲ ਕਰ ਰਹੇ ਹਾਂ। ਤੇ ਇੱਥੋਂ ਅੰਦਾਜ਼ਾ ਲਾ ਲਓ ਫਿਰ ਸਥਿਤੀ ਕੀ ਹੈ। ਉਹ ਇੱਕ ਸ਼ੇਅਰ ਹੈ ਨਾ, ਕਹਿੰਦੇ ਕਿ ਕਣਕ ਦੀ ਮੰਡੀ ਦੇ ਲਾਗੇ, ਹੈ ਨਾ, ਇੱਕ ਮਜ਼ਦੂਰ ਭੁੱਖਾ ਹੀ ਮਰ ਗਿਆ, ਤੇ ਆੜਤੀਏ ਬੋਰੀਆਂ ਰੱਖਣ ਲਈ ਥਾਂ ਲੱਭਦੇ ਰਹੇ। ਸਹੀ ਹੈ, ਬਿਲਕੁਲ। ਸੋ ਉਹ ਇਹ ਤਸਵੀਰ ਹੈ। ਕਹਿੰਦੇ ਜੀ 8191 ਮੀਟ੍ਰਿਕ ਟਨ ਅਨਾਜ ਬਰਬਾਦ ਹੋ ਗਿਆ। ਇੰਨੇ ਨਾਲ 16 ਲੱਖ ਪਰਿਵਾਰਾਂ ਦਾ ਢਿੱਡ ਭਰਿਆ ਜਾ ਸਕਦਾ ਸੀ। 16 ਲੱਖ ਪਰਿਵਾਰਾਂ ਦਾ। ਹੁਣ ਇਹਦੇ ਵਿੱਚੋਂ ਜਿਹੜਾ ਪਹਿਲੂ ਹੈ, ਉਹ ਪਹਿਲੂ ਸਭ ਤੋਂ ਵੱਡਾ ਇਹ ਆ, ਉਹ ਕਹਿੰਦੇ ਜੀ ਕਿ ਪੰਜਾਬ ਦੇ ਵਿੱਚ ਜਦੋਂ ਸਟੋਰ ਕੀਤਾ ਗਿਆ, ਇੱਥੇ ਰੈਕ ਨਹੀਂ ਸਮੇਂ ਸਿਰ ਖਾਲੀ ਹੋ ਰਹੇ, ਅਨਾਜ ਦੀ ਚੁਕਾਈ ਨਹੀਂ ਸਮੇਂ ਸਿਰ ਹੋ ਰਹੀ, ਝੋਨੇ ਦੇ ਸਮੇਂ ਵੱਡਾ ਮਸਲਾ ਵੀ ਬਣਿਆ ਸੀ। ਇਸ ਲਈ ਜੀ ਇੱਥੇ ਅਧਿਕਾਰੀਆਂ ਦੇ ਪੱਧਰ ਤੇ ਜਿਹੜੇ FCI ਦੇ ਗੋਦਾਮ ਨੇ ਉਹਨਾਂ 'ਚ ਜਾਂਚ ਕਰਾਂਗੇ ਜੀ, ਕੋਈ ਮਿਲੀ ਭੁਗਤਤਾ ਨਹੀਂ, ਕੋਈ ਸ਼ਰਾਰਤ ਤਾਂ ਨਹੀਂ। ਮੀਤ ਹੇਅਰ ਸਾਹਿਬ ਸਾਡੇ ਮੈਂਬਰ ਪਾਰਲੀਮੈਂਟ ਕਹਿ ਰਹੇ ਨੇ ਕੇਂਦਰ ਸਮੇਂ ਸਿਰ ਲਿਫਟਿੰਗ ਕਰੇ, ਮਸਲਾ ਹੀ ਨਾ ਬਣੇ। ਅੱਛਾ, ਮੈਂ ਕਹਿੰਦਾ ਲਿਫਟਿੰਗ ਹਰ ਵਾਰ ਲਟਕ ਕੇ ਹੁੰਦੀ ਹੋਵੇ, ਦੇਰ ਨਾਲ ਹੁੰਦੀ ਹੋਵੇ, ਹੈ ਨਾ, ਪਰ ਜੇ 2019-20 ਦੇ ਵਿੱਚ ਸਿਰਫ 55 ਮੀਟ੍ਰਿਕ ਟਨ ਅਨਾਜ ਬਰਬਾਦ ਹੋ ਸਕਦਾ ਹੈ ਨਾ,
ਜੇ 2020-21 ਦੇ ਵਿੱਚ ਸਿਰਫ 25 ਮੀਟ੍ਰਿਕ ਟਨ ਅਨਾਜ ਹੀ ਬਰਬਾਦ ਹੋਇਆ ਹੈ, ਹਾਂਜੀ, ਜੇ 21-22 ਦੇ ਵਿੱਚ 100 ਮੀਟ੍ਰਿਕ ਟਨ ਬਰਬਾਦ ਹੋਇਆ ਹੈ, ਤੇ 22-23 ਚ ਵੱਧ ਕੇ 264 ਹੋ ਗਿਆ, ਦੁੱਗਣੇ ਤੋਂ ਉੱਪਰ ਗਿਆ, 100 ਤੋਂ 264 ਹੋਇਆ, ਤਾਂ ਵੀ ਇੱਥੇ ਤੱਕ ਬਰਦਾਸ਼ਤਯੋਗ ਹੈ। ਤਾਂ ਫਿਰ 2023-24 ਚ ਸਿੱਧਾ 7746 ਕਿਵੇਂ ਹੋ ਗਿਆ? ਸਹੀ ਗੱਲ, 7746 ਮੀਟ੍ਰਿਕ ਟਨ ਕਿਵੇਂ ਹੋਇਆ? ਮੈਨੂੰ ਇਸ ਬਰਬਾਦੀ ਚੋਂ ਅਨਾਜ ਦੇ ਬਰਬਾਦ ਦੀ ਬਦਬੂ ਘੱਟ, ਅੱਛਾ, ਸਿਆਸਤ ਦੀ ਬਦਬੂ ਵੱਧ ਆਉਂਦੀ। ਸਹੀ ਗੱਲ, ਪ੍ਰਵੀਨ ਜੀ, ਇਹ ਅੰਕੜਿਆਂ ਦੇ ਨਾਲ ਪ੍ਰਚਾਰਿਆ ਕੀ ਗਿਆ ਕਿ ਦੇਸ਼ 'ਚ ਸਭ ਤੋਂ ਵੱਧ ਜੇ ਅਨਾਜ ਬਰਬਾਦ ਹੋਇਆ ਤਾਂ ਪੰਜਾਬ 'ਚ ਹੋਇਆ। ਸਹੀ ਗੱਲ ਹੈ, ਬਿਲਕੁਲ ਸਹੀ ਹੈ, ਇਹ ਪ੍ਰਚਾਰ ਹੈ। ਸਹੀ। ਫਿਰ ਦੂਜਾ ਇਹਦੇ ਨਾਲ ਕੀ ਹੋਇਆ ਕਿ ਪੰਜਾਬ 'ਚ ਸਟੋਰ ਸਿਸਟਮ ਹੁਣ ਠੀਕ ਨਹੀਂਗਾ। ਹੁਣ ਵਾਲੀ ਸਰਕਾਰ ਮਤਲਬ ਕਿ ਉਦਣ ਚਲੀ ਗਈ, 2 ਦਿਨ ਪਹਿਲਾਂ ਕਣਕ ਦੀ ਖਰੀਦ ਤੋਂ 2 ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਦਿੱਲੀ ਮੈਂ ਮੀਟਿੰਗ ਕਰਿਆ ਹੈ ਜੀ। ਹਾਂਜੀ, ਇਹ ਪ੍ਰਬੰਧ 4 ਮਹੀਨੇ ਪਹਿਲਾਂ ਕਰਨੇ ਹੁੰਦੇ ਨੇ, 2 ਦਿਨ ਪਹਿਲਾਂ ਨਹੀਂ। ਇਹ 2 ਦਿਨ ਦਾ ਮਤਲਬ ਉਹੀ ਹੈ ਕਿ ਬੂਹੇ ਆਈ ਜਨ ਬਿੰਨੋ ਕੁੜੀ ਦੇ ਕੰਨ, ਉਹ ਹੱਥ ਤੁਸੀਂ ਕਰਦੇ ਹੋ, ਐਦਾਂ ਮਸਲਾ ਹੱਲ ਨਹੀਂ ਹੁੰਦਾ। ਸੋ ਅਗਲਿਆਂ ਨੇ ਦੇਸ਼ 'ਚ ਸੁਨੇਹਾ ਦਿੱਤਾ ਤੇ ਪੰਜਾਬ 'ਚ ਕਿ ਪ੍ਰਬੰਧਨ ਠੀਕ ਨਹੀਂ। ਹੁਣ ਵਾਲੇ ਕਹਿੰਦੇ ਜਿਹੜੀਆਂ ਬੰਦ ਸ਼ੂਗਰ ਮਿਲਾਂ ਪਈਆਂ, ਬੰਦ ਸ਼ੈਲਰ ਸ਼ੂਲਰ ਪਏ ਸੀ, ਉੱਥੇ ਅਨਾਜ ਐਕਟੀ ਸਟੋਰ ਕਰਦਾ। ਅੱਛਾ, ਭਰਾਵਾ ਮਸਲਾ ਹੀ ਇਹੀ ਆ ਕਿ ਕਿਹੜਾ ਅਨਾਜ ਖੁੱਲੇ 'ਚ ਰੱਖਣਾ, ਕਿਹੜਾ ਅੰਦਰ ਰੱਖਣਾ, ਕਦੋਂ ਤਰਪਾਲ ਚੱਕਣੀ, ਕਦੋਂ ਢੱਕਣੀ, ਕਦੋਂ ਕਿਹੜਾ ਪਾਣੀ ਛਿੜਕ ਦਿੰਦਾ, ਕਦੋਂ ਕੀ ਹੁੰਦਾ, ਇਹ ਸਾਰੇ ਪਹਿਲੂ ਨੇ। ਤੇ ਅਗਲਿਆਂ ਨੇ ਨੈਰੇਟਿਵ ਸਿਰਜ ਕੇ ਦਿੱਤਾ ਕਿ ਪੰਜਾਬ ਸਭ ਤੋਂ ਵੱਧ ਅਨਾਜ ਬਰਬਾਦ ਹੁੰਦਾ, ਪੰਜਾਬ 'ਚ ਸਟੋਰੇਜ ਸਿਸਟਮ ਠੀਕ ਨਹੀਂਗਾ, ਤੇ ਇਸ ਤਰ੍ਹਾਂ 1 ਸਾਲ 'ਚ ਇਹਨਾਂ ਅਨਾਜ ਬਰਬਾਦ ਹੋ ਰਿਹਾ। ਇਹਦੇ ਨਾਲ ਸਾਡੇ 16 ਲੱਖ ਪਰਿਵਾਰਾਂ ਨੂੰ ਅਨਾਜ ਮਿਲ ਜਾਣਾ ਸੀ, ਤਾਂ ਕਿ ਲੋਕਾਂ ਨੂੰ ਲੱਗੇ ਕਿ ਸਾਡੇ ਹਿੱਸੇ ਦਾ ਅਨਾਜ ਦਾ ਬਰਬਾਦ ਹੋ ਗਿਆ। ਤੇ ਇਹ ਜਿਹੜੇ ਸਾਰੇ ਪਹਿਲੂ ਨੇ, ਇਹ ਲੈ ਕੇ ਕਿੱਥੇ ਜਾਂਦੇ ਨੇ ਫਿਰ? ਸਹੀ ਗੱਲ, ਇਸ ਪਹਿਲੂਆਂ 'ਚ ਲੈ ਕੇ ਜਾਂਦੇ ਨੇ ਤੁਹਾਨੂੰ। ਇਹ ਸੈਲੋ ਸਿਸਟਮ ਨੂੰ ਵੈਸੇ ਹੀ ਸਰਕਾਰੀ ਇਕਦਾਮ ਤਾਂ ਉਹਨਾਂ ਨੂੰ ਠੇਕੇ ਤੇ ਦੇ ਹੀ ਦਿੱਤੇ ਤੁਸੀਂ ਲਗਭਗ ਹੁਣ। ਫਿਰ ਇਹ ਕਿਉਂ ਆ ਰਿਹਾ ਵੀ ਕਿ ਪੰਜਾਬ 'ਚ ਬਰਬਾਦ ਹੋਊਗਾ ਅਨਾਜ? ਸਹੀ, ਤਾਂ ਅਗਲਿਆਂ ਦੇ ਸਟੋਰ 'ਚ ਬਰਬਾਦ ਹੋਊਗਾ। ਫਿਰ ਰਵਾਨੀ ਡਾਨੀਆਂ ਨੂੰ ਫੜੋ। ਤੁਸੀਂ ਇਹ ਸਾਰਾ ਸਿਸਟਮ ਇਸ ਲਈ ਉਭਾਰ ਰਹੇ ਹੋ ਤਾਂ ਕਿ ਕੱਲ ਨੂੰ ਤੁਸੀਂ, ਜਿਵੇਂ ਆਪਾਂ ਲਗਾਤਾਰ ਗੱਲ ਕਰਦੇ ਹਾਂ ਕਿ ਤੁਸੀਂ ਪਿੰਡੂ ਵਿਕਾਸ ਫੰਡ ਸਾਡਾ ਰੋਕਿਆ ਹੋਇਆ, ਤੁਸੀਂ ਮਾਰਕੀਟ ਫੀਸ 'ਚ ਕਟੌਤੀ ਕਰਤੀ, ਆੜ੍ਹਤੀਆਂ ਵਾਲੀ ਕਟੌਤੀ ਕਰਤੀ, ਆੜ੍ਹਤੀਆਂ ਨੂੰ ਕਮਿਸ਼ਨ ਦਾ ਲਾਲਚ ਦੇ ਰਹੇ ਹੋ ਕਿ ਸਿੱਲੋਂ ਕੰਨੀ ਟਰੈਲੀਆਂ ਭੇਜੋ, ਹੈ ਨਾ। ਤੇ ਇਹ ਸਾਰੀ ਪ੍ਰਕਿਰਿਆ ਤੁਸੀਂ ਮੰਡੀ ਖਤਮ ਕਰਕੇ ਪੰਜਾਬ ਸਿੱਲੋਂ ਨੂੰ ਉਹ ਦੇ ਰਹੇ ਹੋ। ਤੁਸੀਂ ਇੱਥੇ ਬੰਦੇ ਆਪਣੇ ਛੱਡੇ ਹੋਏ ਨੇ, ਚਾਹੇ ਉਹਨਾਂ ਦੇ ਉੱਪਰ ਹੁਣ ਈਡੀ ਦੀ ਰੇਡ ਪੈ ਗਈ, ਕਹਿੰਦੇ ਜੀ 22 ਕਰੋੜ ਦੀ ਜਾਇਦਾਦ ਸ਼ੂਗਰ ਮਿਲ ਦੀ ਜ਼ਬਤ ਹੋ ਗਈ ਜੀ, ਰਾਣਾ ਗੁਰਜੀਤ ਤੇ ਉਹਦੇ ਮੁੰਡੇ ਦੀ ਜੇ ਉਹ। ਪਰ ਪਤਾ ਨਹੀਂ ਇਹ ਈਡੀ ਕਈ ਵਾਰ ਛਾਪਾ ਮਾਰਦੀ ਹੋਈ ਇਸ ਲਈ ਹੁੰਦੀ ਹੈ ਕਿ ਬੀਜੇਪੀ 'ਚ ਲੈ ਕੇ ਜਾਣਾ ਬੰਦਾ, ਹੈ ਨਾ। ਅਗਲਾ ਤਾਂ ਕੰਟਰੈਕਟ ਫਾਰਮਿੰਗ ਨੂੰ, ਤੁਹਾਡੇ ਫਾਰਮੂਲੇ ਨੂੰ ਬੜਾਵਾ ਦੇ ਰਹੇ ਹੋ, ਤਾਂ ਕਹਿੰਦਾ ਮੈਂ ਖਿੱਲਾਂ ਦੇ ਦਾਣੇ ਭੁੰਨ ਕੇ ਦੇਣੇ ਆ ਬੀਜੇਪੀ ਲਈ। ਉਹ ਕਿਹਦੇ ਲਈ ਮੱਕੀ ਉਗਾਉਣ ਨੂੰ ਕਹਿੰਦਾ? ਇਹ ਫਾਰਮੂਲਾ ਕਿਹਦਾ? ਪੰਜਾਬ 'ਚ ਤੁਸੀਂ ਕੰਟਰੈਕਟ ਫਾਰਮਿੰਗ ਨੂੰ ਵੀ ਹਵਾ ਦੇ ਰਹੇ ਹੋ, ਤੇ ਤੁਸੀਂ ਆ ਜਿਹੜਾ ਸੈਲੋ ਸਿਸਟਮ ਹੈ, ਮੰਡੀ ਖੁੱਲੀ ਮੰਡੀ ਵਾਲਾ ਸਿਸਟਮ ਆ, ਉਹਨੂੰ ਵੀ ਹਵਾ ਦੇ ਰਹੇ ਹੋ। ਇਹ ਸਾਰਾ ਪਹਿਲੂ ਦੇ ਵਿੱਚੋਂ ਮੈਨੂੰ ਇਹ ਇੱਕ ਪਹਿਲੂ ਵੀ ਉੱਭਰਦਾ ਨਜ਼ਰ ਆਉਂਦਾ ਕਿ ਇਸ ਤਰੀਕੇ ਨਾਲ ਮੰਡੀ ਖਤਮ ਕਰਨ ਵਾਲੇ ਪਾਸੇ ਨੂੰ ਵੀ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਹੈ। ਜਿਹੜੀ ਜਦੋਂ ਤੁਸੀਂ ਗੱਲ ਕਰ ਰਹੇ ਸੀ ਨਾ ਸ਼ਰਮਾ ਜੀ, ਕਿ ਇਹ ਪੰਜਾਬ ਨੂੰ ਇਉਂ ਪੇਸ਼ ਕਰਨ ਦੀ ਗੱਲ ਹੈ ਵੀ ਜਿਵੇਂ ਇੱਥੇ ਸੰਭਾਲ ਨਹੀਂ ਹੋ ਰਹੀ, ਤੇ ਇਹ ਤੋਂ ਪਹਿਲੂ ਜਿਹੜਾ ਨੈਰੇਟਿਵ ਸਿਰਜੇ ਜਾਣ ਦੀ ਵੀ ਇਸ ਅਨਾਜ ਨੂੰ ਸੰਭਾਲਦੇ ਨਹੀਂ ਜਾਂ ਕਿਵੇਂ ਆ, ਇਉਂ ਲੱਗਦਾ ਵੀ ਸਾਡੀ ਜਿਹੜੀ ਸਿਆਸਤ ਆ ਨਾ, ਜਿਵੇਂ ਤੁਸੀਂ ਪਹਿਲਾਂ ਗੱਲ ਕਰਦੇ ਸੀ ਮਜੀਠੀਆ ਤੇ ਅਮਨ ਅਰੋੜਾ ਆਪਸ ਵਿੱਚ ਦੀ ਹੋ ਰਹੇ ਆ, ਵੀ ਇਹ ਸਾਰੇ ਉਸ ਸਕ੍ਰਿਪਟ ਦਾ ਹੀ ਹਿੱਸਾ ਲੱਗਦੇ ਕਈ ਵਾਰੀ, ਜਿਹੜਾ ਆਹ ਰੌਲਾ ਪਈ ਜਾਂਦਾ ਨਾ ਬਿਨਾਂ ਗੱਲ ਤੋਂ। ਵੀ ਕਮਾਲ ਦੀ ਗੱਲ ਆ ਵੀ ਇਹਨਾਂ ਨੂੰ ਨਜ਼ਰ ਹੀ ਨਹੀਂ ਆਉਂਦਾ ਵੀ ਆਹ ਨੈਰੇਟਿਵ ਨਾਲ ਸਾਡਾ ਆਹ ਨੁਕਸਾਨ ਹੋ ਰਿਹਾ, ਆਹ ਚੀਜ਼ਾਂ ਨਾਲ ਸਾਡਾ ਆਹ ਨੁਕਸਾਨ ਹੋ ਰਿਹਾ। ਔਰ ਜਿੱਥੇ ਜਿਹੜੀ ਚੀਜ਼ ਸਾਂਭਣ ਲਈ ਕੋਈ ਥਾਂ ਜੇਕਰ ਉੱਥੇ ਨਹੀਂ ਹੋਊਗੀ ਉਹ, ਤੇ ਜਿੱਥੇ ਹੋਊਗੀ ਉੱਥੇ ਉਹਦੀ ਕੀ ਸੰਭਾਲ ਹੋ ਜੂਗੀ? ਆਪਾਂ ਨੂੰ ਇਹ ਕੋਈ ਗੱਲ ਕਿਸੇ ਤੋਂ ਲੁਕੀ ਹੈ? ਜਾਂਦੇ ਗੱਲ ਕਰੀਏ ਸ਼ਰਮਾ ਜੀ, ਸੁਪਰੀਮ ਕੋਰਟ ਦੇ ਜੱਜਾਂ ਦੇ ਬਾਰੇ ਆਪਾਂ ਲੰਘੀਆਂ ਖਬਰਾਂ ਦੇ ਵਿੱਚ ਤੁਸੀਂ ਇਹਨਾਂ ਦੇ ਖਾਸੇ ਚਿੱਠੇ ਫਰੋਲਤੇ, ਹੁਣ ਕਹਿੰਦੇ ਵੀ ਉਹਨਾਂ ਨੂੰ ਜਾਇਦਾਦ ਜਨਤਕ ਕਰਨੀ ਪਊਗੀ। ਬਿਲਕੁਲ, ਮਾਨਯੋਗ ਸੁਪਰੀਮ ਕੋਰਟ ਦੇ ਜੱਜ ਸਾਹਿਬਾਨਾਂ ਨੇ ਤੈਅ ਕੀਤਾ ਕਿ ਉਹ ਆਪਣੀ ਜਾਇਦਾਦ ਜਨਤਕ ਕਰਨਗੇ। ਉਹਦੇ ਵਿੱਚ ਅਸਲ 'ਚ ਪਿਛਲੇ ਦਿਨੀ ਸਭ ਨੂੰ ਪਤਾ ਕਿ ਉਹ ਇੱਕ ਜੱਜ ਸਾਹਿਬ ਦਾ ਖਾਸਾ ਚਰਚਾ ਆਈ ਕਿ ਬੋਰੀਆਂ 'ਚ ਨੋਟ ਸੀ ਜੀ, ਉਹ ਨੋਟ ਸਾੜਨੇ ਪੈ ਗਏ ਜੀ, ਇਹ ਉਹ ਹੈ। ਉਸ ਤੋਂ ਬਾਅਦ ਚਲੋ ਮਾਨਯੋਗ ਚੀਫ ਜਸਟਿਸ ਸਾਹਿਬ ਨੇ ਇੱਕ ਕਮੇਟੀ ਵੀ ਬਣਾਈ ਹੈ, ਜਾਂਚ ਨੂੰ ਸੌਂਪੀ ਹੈ, ਪਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੇ ਉਹਨਾਂ ਦੇ ਸਾਥੀਆਂ ਨੇ ਤੈਅ ਕੀਤਾ ਕਿ ਅਸੀਂ ਵੀ ਆਪਣੀ ਜਾਇਦਾਦ ਨੂੰ ਜਨਤਕ ਕਰਾਂਗੇ। ਔਰ ਸੁਪਰੀਮ ਕੋਰਟ ਜਿਹੜੇ ਵੀ ਜੱਜ ਸਾਹਿਬਾਨ ਨਵੇਂ ਆਉਣਗੇ, ਉਹਨਾਂ 'ਚੋਂ 30 ਜੱਜ ਨੇ ਜਿਹੜੇ ਆਪਣੇ ਵੇਰਵੇ ਨਸਰ ਕਰਨ ਦੀ ਜਿਹਨਾਂ ਨੇ ਪੇਸ਼ਕਸ਼ ਕੀਤੀ ਹੈ ਖੁਦ। ਸੋ ਇਹ ਮੈਨੂੰ ਲੱਗਦਾ ਇੱਕ ਸਾਂਝੀ ਰਾਏ ਚੋਂ ਗੱਲ ਨਿਕਲ ਰਹੀ ਹੈ, ਕਿਉਂਕਿ ਮੌਜੂਦਾ ਜੱਜ ਸਾਹਿਬਾਨ ਜਿਹੜੇ ਸੇਵਾ ਨਿਭਾ ਰਹੇ ਨੇ, ਉਹਨਾਂ ਨੇ ਵੀ ਕਿਹਾ ਕਿ ਅਸੀਂ ਰੋਲ ਮਾਡਲ ਬਣੀਏ, ਅਸੀਂ ਪਹਿਲਾਂ ਆਪਣੀ ਵੈਬ ਪੋਰਟਲ ਤੇ, ਆਪਣੀ ਸੁਪਰੀਮ ਕੋਰਟ ਦੀ ਵੈਬਸਾਈਟ ਦੇ ਉੱਤੇ ਆਪਣੀ ਜਾਇਦਾਦ ਦੇ ਸਾਰੇ ਵੇਰਵੇ ਨਸਰ ਕਰੀਏ, ਫਿਰ
30 ਜਿਹੜੇ ਨਵੇਂ ਜੱਜ ਕਹਿ ਰਹੇ ਨੇ ਆ ਰਹੇ ਨੇ, ਉਹਨਾਂ ਨੇ ਵੀ ਕਿਹਾ ਕਿ ਅਸੀਂ ਵੀ ਇਹ ਪੇਸ਼ਕਸ਼ ਕਰਦੇ, ਅਸੀਂ ਵੀ ਦਈਏ, ਪਰ ਇਹਦੇ ਵਿੱਚ ਉਹਨਾਂ ਨੇ ਕਿਸੇ ਨੂੰ ਕੋਈ ਬੰਦਸ਼ ਨਹੀਂ ਲਾਈ ਜੀ। ਉਹਨਾਂ ਨੇ ਕਿਹਾ ਵੀ ਇਹ ਆਪਣੀ ਇੱਛਾ ਤੇ ਨਿਰਭਰ ਹੈ ਕਿ ਤੁਸੀਂ ਕਰਨੀ ਹੈ ਕਿ ਨਹੀਂ ਕਰਨੀ। ਪਰ ਜਦੋਂ ਇਹ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਨਾ ਪ੍ਰਵੀਨ ਜੀ, ਤਾਂ ਫਿਰ ਬਾਕੀਆਂ ਲਈ ਬਾਹਰ ਰਹਿਣਾ ਔਖਾ ਹੋ ਜਾਂਦਾ। ਜਿਹੜਾ ਹੁਣ ਨਹੀਂ ਕਰੂਗਾ ਉਹ ਉਹੀ ਸਵਾਲਾਂ ਦੇ ਘੇਰੇ ਚ ਆ ਜਾਊਗਾ, ਚਾਹੇ ਸਾਰਿਆਂ ਨੂੰ ਇਮਾਨਦਾਰ ਹੋਵੇ। ਸਹੀ ਹੈ, ਬਿਲਕੁਲ। ਸੋ ਇਸ ਲਈ ਉਹਨੂੰ ਵੀ ਕਰਨੀ ਹੋ ਪੈਣੀ ਹੈ ਹਰੇਕ ਨੂੰ। ਤੇ ਇਹਦੇ ਵਿੱਚ ਕਹਿੰਦੇ ਅਸੀਂ ਇਹ ਵੀ ਆਪਸ਼ਨ ਰੱਖ ਰਹੇ ਹਾਂ ਕਿ ਜੇਕਰ ਤੁਸੀਂ ਇਸ ਸੇਵਾ ਦੇ ਦੌਰਾਨ, ਡਿਊਟੀ ਦੌਰਾਨ ਕੋਈ ਵੀ ਉਹਦੇ ਵਿੱਚ ਤੁਹਾਡੀ ਜਾਇਦਾਦ 'ਚ ਨਵਾਂ ਵਾਧਾ ਹੁੰਦਾ ਹੈ ਤਾਂ ਤੁਸੀਂ ਉਹ ਵੀ ਨਾਲ ਦੀ ਨਾਲ ਸਾਂਝਾ ਕਰੋ। ਮੈਨੂੰ ਲੱਗਦਾ ਕਿ ਇੱਕ ਪਾਸੇ ਤਾਂ ਸਾਡਾ ਜੁਡੀਸ਼ੀਅਲ ਸਿਸਟਮ ਤੇ ਵੀ ਸਵਾਲ ਕਈ ਤਰ੍ਹਾਂ ਦੇ ਉੱਠਣ ਲੱਗੇ ਨੇ, ਉਹ ਰਾਜਨੀਤਿਕ ਕੰਟਰੋਲ ਦੀਆਂ ਗੱਲਾਂ ਵੀ ਆਉਂਦੀਆਂ ਨੇ, ਫੈਸਲਿਆਂ 'ਚ ਬੋਰੀਆਂ ਵਾਲਾ ਮਸਲਾ ਵੀ ਆਉਂਦਾ ਜਿਹੜਾ ਫੜਿਆ ਗਿਆ ਜਾਂ ਫੁਕਿਆ ਗਿਆ ਨਾ, ਪਰ ਉਹਦੇ ਬਾਵਜੂਦ ਵੀ ਅਜੇ ਵੀ ਕਾਫੀ ਹੱਦ ਤੱਕ ਭਰੋਸਗੀ ਕਾਇਮ ਹੈ। ਤੇ ਉਸ ਭਰੋਸਗੀ ਨੂੰ ਹੋਰ ਪੁਖਤਾ ਕਰਨ ਦੇ ਲਈ ਇਹ ਪਹਿਲ ਕਦਮੀ ਕਾਬਲੇ ਤਾਰੀਫ ਹੈ। ਪਰ ਮੈਨੂੰ ਇਹ ਲੱਗਦਾ ਕਿ ਜੱਜ ਸਾਹਿਬਾਨ ਦੀ ਇਹ ਪਹਿਲ ਕਦਮੀ ਕੱਲੀ ਆਪਣੀ ਜਾਇਦਾਦ ਜਨਤਕ ਕਰਨ ਵਾਲਾ ਪਹਿਲੂ ਨੀਗਾ, ਇਹ ਰਾਜਨੀਤਿਕ ਲੀਡਰਾਂ ਦੇ ਮੂੰਹਾਂ ਤੇ ਚਪੇੜਾ ਮਾਰਨ ਲਈ ਕਿ ਬਸ਼ਰਮੋ ਲੋਕਾਂ ਨੂੰ ਸਭ ਤੋਂ ਵੱਧ ਬੇਭਰੋਸਗੀ ਤੁਹਾਡੇ ਤੇ, ਤੁਹਾਨੂੰ ਇਹ ਕੰਮ ਕਰਨਾ ਚਾਹੀਦਾ। ਹਾਂ, ਇੱਥੇ ਤਾਂ ਜੱਜ ਸਾਹਿਬ ਆਪਣੀ ਕਰ ਦੇਣਗੇ, ਆਪਣੇ ਪਰਿਵਾਰ ਦੀ ਕਰ ਦੇਣਗੇ, ਸਰ ਜੂਗਾ, ਲੋਕਾਂ ਨੂੰ ਤਸੱਲੀ ਹੋ ਜੂਗੀ। ਪਰ ਲੀਡਰ ਨੇ ਜੇ ਆਪਣੀ, ਆਪਣੇ ਟੱਬਰ ਦੀ, ਆਪਣੇ ਸਹੁਰੇ ਪੇਕਿਆਂ ਦੀ ਵੀ ਕਰਤੀ ਨਾ, ਤਾਂ ਵੀ ਤਸੱਲੀ ਨਹੀਂ ਹੋਣੀ। ਅਗਲੇ ਨੇ ਕਹਿਣਾ ਵੀ ਇੱਥੇ ਰਸੋਈਏ ਦੇ ਨਾਂ ਤੇ ਤਾਂ ਖੱਡਾਂ ਚੱਲ ਜਣੀਆਂ ਨੇ। ਸੋ ਇਸ ਲਈ ਰਸੋਈਆ ਵੀ ਲਿਆਓ, ਦੋਧੀ ਵੀ ਲਿਆਓ, ਸਾਂਝੀ ਸੀਰੀ ਵੀ ਲਿਆਓ, ਹੋਰ ਰਿਸ਼ਤੇਦਾਰ ਵੀ ਲਿਆਓ, ਪਿੰਡਾਂ ਦੇ ਵਿੱਚ ਮਿੱਤਰ ਸੱਜਣ ਨੂੰ ਪਤਾ ਨਹੀਂ ਕਿਹਦੇ ਕਿਹਦੇ ਨਾਂ ਤੇ ਬੇਨਾਮੀਆਂ। ਤਹਿਸੀਲਦਾਰਾਂ ਨਾਲ ਪੰਗਾ ਪਿਆ ਸੀ ਪੰਜਾਬ ਸਰਕਾਰ ਦਾ, ਤੇ ਤਹਿਸੀਲਦਾਰ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਸਾਡੀ ਜਾਇਦਾਦ ਕਰੋ ਜਨਤਕ, ਅਸੀਂ ਤੁਹਾਡੀਆਂ ਬੇਨਾਮੀਆਂ ਕਰਾਂਗੇ, ਸਾਡੇ ਕੋਲ ਵੀ ਰਜਿਸਟਰੀਆਂ ਹੋ ਕੇ ਗਈਆਂ ਨੇ। ਸਹੀ ਗੱਲ। ਫਿਰ ਜਦ ਇਹ ਪੈਚਅਪ ਹੋ ਗਿਆ ਸੀ। ਸੋ ਇਸ ਲਈ ਇਹ ਮੈਨੂੰ ਲੱਗਦਾ ਇਹ ਪਹਿਲ ਕਦਮੀ ਹੈ, ਬੇਸ਼ੱਕ ਜੱਜ ਸਾਹਿਬਾਨ ਵੱਲੋਂ, ਆਪਣੇ ਵੱਲੋਂ ਹੈ, ਪਰ ਇਹਦੇ ਉੱਤੇ ਕਿੰਨੀ ਵਾਰ ਗੱਲ ਆਉਂਦਾ, ਇੱਥੇ ਕਿੰਨੀ ਵਾਰ ਹੋ ਲਿਆ ਜੀ ਕਿ ਆਹ ਅਪਰਾਧੀ ਇੱਥੇ ਬਲਾਤਕਾਰ ਦੇ ਮਾਮਲਿਆਂ 'ਚ, ਕਤਲ ਤੇ ਇਰਾਦਾ ਕਤਲ ਦੇ ਮਾਮਲਿਆਂ 'ਚ ਕੋਈ ਸੰਸਦ 'ਚ ਬੈਠਾ ਹੈ, ਕੋਈ ਵਿਧਾਨ ਸਭਾ 'ਚ ਬੈਠਾ, ਤਾਂ ਕੀ ਕਰੋਗੇ? ਜਾਂ ਤਾਂ ਉਹਨਾਂ ਦੇ ਉੱਤੇ ਝੂਠੇ ਕੇਸ ਨੇ, ਫਿਰ ਜਾਓ ਇੰਨੀ ਮੋਟੀ ਚਮੜੀ ਹੈ ਕਿ ਲੋਕਾਂ ਨੂੰ ਲੱਗਦਾ ਕਿ ਅੱਜ ਕੱਲ੍ਹ ਗੁੰਡਾ ਹੀ ਸਾਡਾ ਲੀਡਰ ਹੋ ਸਕਦਾ ਹੈ, ਆਮ ਸ਼ਰੀਫ ਬੰਦੇ ਦਾ ਵਸਦਾ ਰੋਗ ਨਹੀਂ, ਤਾਂ ਅਸੀਂ ਉਹਨਾਂ ਨੂੰ ਚੁਣਦੇ ਹਾਂ। ਸੋ ਪਤਾ ਨਹੀਂ ਕਿੱਧਰ ਨੂੰ ਜਾ ਰਿਹਾ ਜੀ ਕੀ ਸਾਰਾ ਸਿਸਟਮ। ਅੱਜ ਲਗਭਗ ਖਬਰਾਂ ਉਹਦੇ ਆਲੇ ਦੁਆਲੇ ਕੇਂਦਰਿਤ ਹੋ ਗਈਆਂ ਇਸ ਪਹਿਲਾਂ। ਜੀ ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਮੈਂ ਸੋਚ ਰਿਹਾ ਸ਼ਰਮਾ ਜੀ ਵੀ ਜਾਇਦਾਦ ਜੱਜ ਸਾਹਿਬਾਨ ਤਾਂ ਚਲੋ ਕਰ ਦੇਣਗੇ, ਪਰ ਜਿਹੜੇ ਘਰੋਂ ਨੋਟ ਮਿਲੇ ਨੇ ਉਹ ਤਾਂ ਕਿਸੇ ਜਾਇਦਾਦ ਦੇ ਹਿੱਸੇ ਨਹੀਂ, ਉਹ ਤਾਂ ਕਰੰਸੀ ਮਿਲੀ ਹੈ ਨਾ, ਉਹ ਤਾਂ ਕੈਸ਼ ਮਿਲਿਆ। ਕੈਸ਼ ਵੀ ਤਾਂ ਜਨਤਕ ਕਰਨਗੇ ਨਾ, ਕੈਸ਼ ਵੀ ਤਾਂ ਦੱਸਣਾ ਪਊਗਾ ਨਾ ਕਿਹਦੇ ਖਾਤੇ 'ਚ ਕਿੰਨਾ ਜਾਂ ਕਿਹਦੇ ਕੋਲੇ ਕਾਲਾ ਧਨ ਜਾਂ ਕਿਵੇਂ। ਉਹ ਤਾਂ ਕਿਉਂ ਚੱਲ ਜਾਇਦਾਦ ਬਣੀ ਨਹੀਂ, ਉਹ ਤਾਂ ਕੈਸ਼ ਪਿਆ ਸੀ ਬੋਰੀਆਂ ਦੇ ਵਿੱਚ। ਪਰ ਖੈਰ ਉਹਦੇ ਤੇ ਇੱਕ ਬਹਿਸ, ਇੱਕ ਡਿਬੇਟ, ਇੱਕ ਜਿਵੇਂ ਆਪਾਂ ਕਹਿੰਦੇ ਰਿਫਾਰਮ ਦੀ ਗੱਲ ਤਾਂ ਚੱਲੀ ਹੈ ਨਾ, ਪਰ ਸਿਆਸਤਦਾਨਾਂ ਤੇ ਕੋਈ ਨਹੀਂ ਯਕੀਨ ਕਰਦਾ। ਇਹ ਤੁਹਾਡੀ ਗੱਲ ਸਹੀ ਹੈ, ਬਿਲਕੁਲ। ਕ੍ਰੈਡੀਬਿਲਿਟੀ ਇਹਨਾਂ ਦੀ ਜ਼ੀਰੋ ਹੈ। ਜਦੋਂ ਲੋਕਾਂ ਨੂੰ ਮਿਲਣ ਵਾਲੀਆਂ ਸਬਸਿਡੀਆਂ ਇਹ ਲੈਂਦੇ ਆ, ਬਿਜਲੀ ਟਿਊਬਵੈਲ ਵਾਲੀ ਜਿਹੜੀ ਮੋਟਰ ਵਾਲੀ ਹੈ, ਹੋਰ ਕੋਈ ਕੰਮ ਘਰ ਇਹ ਨਹੀਂ ਛੱਡਦੇ, ਨੌਕਰਾਂ ਵਾਲੀ ਗੱਲ ਤੁਸੀਂ ਦੱਸ ਹੀ ਚੁੱਕੇ ਹੋ, ਫਿਰ ਭਰੋਸੇਯੋਗਤਾ ਰਹੂਗੀ ਕਿੱਥੇ ਜੀ? ਉਹਦਾ ਅਦਾਲਤਾਂ ਦੇ ਵਿੱਚੋਂ ਨਾ ਕਈ ਵਾਰੀ ਕੋਈ ਮਿਸਾਲੀ ਸਜ਼ਾ ਹੋ ਜਾਂਦੀ ਹੈ। ਇੱਕ ਮੈਂ ਮਾਮਲਾ ਪੜ੍ਹ ਰਿਹਾ ਸ਼ਰਮਾ ਜੀ, ਹੁਣ ਕੰਮ ਲੰਮਾ ਹੋ ਜਾਣਾ ਆਪਣਾ। ਕਿਸੇ ਬੱਚੀ ਨੂੰ ਉਹਦੀ ਰਿਪੋਰਟ ਨਹੀਂ ਦਰਜ ਹੋਈ ਸੀ ਤੇ ਉਹ ਦਲਿਤ ਪਰਿਵਾਰ ਦੇ ਨਾਲ ਸੰਬੰਧ ਸੀ ਤੇ ਉਹਨੂੰ ਬਲਾਤਕਾਰ ਦੇ ਮਾਮਲੇ ਦੇ ਵਿੱਚ ਨਿਆਂ ਮਿਲਿਆ, ਲੰਘੇ ਦਿਨਾਂ ਦੀ ਗੱਲ ਹੀ ਆ। ਇਹੋ ਜਿਹੀਆਂ ਕੁਝ ਮਿਸਾਲਾਂ ਮਹੀਨੇ 2 ਮਹੀਨੇ ਬਾਅਦ 6 ਮਹੀਨਿਆਂ ਬਾਅਦ ਵਾਪਰ ਜਾਂਦੀਆਂ, ਜਿਹਦੇ ਨਾਲ ਜੁਡੀਸ਼ਰੀ ਤੇ ਭਰੋਸਾ ਬਰਕਰਾਰ ਹੈ। ਨਹੀਂ ਸਿਆਸਤਦਾਨਾਂ ਤੇ ਕਿਸੇ ਪਾਰਟੀ, ਕੋਈ ਤਨਜ਼ੀਮ, ਕੋਈ ਸਰਕਾਰ ਤੇ ਕੋਈ ਭਰੋਸਾ ਨਹੀਂ ਲੋਕਾਂ ਨੂੰ। ਬਹੁਤ ਧੰਨਵਾਦ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨਾ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ